पीटीएन 24 देख रहे सारे दर्शकों को प्यार भरी सत श्री अकाल, आदाब, नमस्कार। वाहिगुरू जी का खालसा, वाहिगुरू जी की फतेह। प्रोग्राम लेके हाजिर हाँ भख दे मुद्दे। अज मंडे है जी, तो मंडे शाम को जो विचार तकरार लैके मदार होनी बहुत वधिया प्रोग्राम होंदा जी। तो हुण अपने नाल पंजाब भारत तो बठिंडा बखतौर सिंह जी ढिल्लों उन्होंने स्वागत करते हैं जी। ढिल्लों साहब स्वागत है तुहाडा, सत श्री अकाल जी। धन्यवाद जी, मेहरबानी। सारे ही दर्शकों नूं श्रोतिਆਂ ਨੂੰ प्यार भरी सत श्री अकाल। हाँ, सत श्री अकाल जी। ढिल्लों साहब तुसीं भी दिल्ली जाके आए हो, तो किदां दा उत्थे वरतारा रहा? किसान जथेबंदियां ने किसी सिट्टे ते ना निकलण करके सरकार नूं जिहड़ी वार्निंग दित्ती सी, ते कहंदे 8 तरीक नूं जानी कि भारत बंद करांगे। अज जानी कि हुण तुहाडे 8 चढ़ गई है तो भारत बंद आ। तुसीं गए सी उत्थे, किदां दा वरतारा देखिया जी? सारा उहनूं प्रॉपर दस्सिओ जी। देखो, वरतारा तो यह है कि मैं समझदा कि साडे इतिहास दे विच जी ये एक अजिहा अंदोलन है जिहड़ा अंदोलन लोकां दा अंदोलन बन गया जी। ਜਿਹੜੇ ਪ੍ਰਬੰਧਕ ਹੈ, ਪ੍ਰਬੰਧਕਾਂ ਨੂੰ ਜਿੰਨੀ ਕੁ ਆਸ ਉਮੀਦ ਸੀ ਕਿ ਇੰਨੇ ਕੁ ਲੋਕ ਇਕੱਠੇ ਹੋ ਜਾਣਗੇ, ਉਹਦੇ ਨਾਲੋਂ ਕਿਤੇ ਵੱਧ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਦਾ ਕੋਈ ਧਰਮ ਨਹੀਂ, ਕੋਈ ਫਿਰਕਾ ਨਹੀਂ, ਕੋਈ ਭਾਈਚਾਰਾ ਨਹੀਂ। ਸਿਰਫ ਤੇ ਸਿਰਫ ਉੱਥੇ ਜਿਹੜੇ ਲੋਕ ਆਏ ਹੈ ਉਹ ਆਪਣੇ ਆਪ ਨੂੰ ਇੱਕ ਜਮਾਤ, ਇੱਕ ਭਾਈਚਾਰਾ ਸਮਝਦੇ ਤੇ ਉਹ ਕਹਿੰਦੇ ਵੀ ਸਾਡੇ ਭਾਈਚਾਰੇ ਦਾ ਨਾਂ ਹੈ ਕਿਸਾਨ। ਕਿਸਾਨ ਦੇ ਮੁੱਦੇ ਦੇ ਉੱਤੇ ਅਸੀਂ ਸਾਰੇ ਲੋਕ ਇਕੱਠੇ ਹਾਂ। ਔਰ ਇਹਦਾ ਜਿਹੜਾ ਸਭ ਤੋਂ ਵੱਡਾ ਮੈਂ ਇੱਕ ਵੇਖ ਰਿਹਾ ਕਿ ਜਿਹੜੇ सूबिया ਦੀਆਂ ਹੱਦਾਂ ਹੈ, सूबिया ਦੇ ਜਿਹੜੇ ਵਿਤਕਰੇ ਹੈ ਉਹ ਵੀ ਸਾਰੇ ਖਤਮ ਹੋ ਗਏ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਜਦੋਂ ਪੰਜਾਬ ਤੇ ਹਰਿਆਣਾ ਦੋ ਅਲੱਗ-ਅਲੱਗ ਸੂਬੇ ਬਣੇ ਹੈ, ਸਾਡੇ ਚੋਂ ਹਰਿਆਣਾ ਕੱਢਿਆ ਗਿਆ ਸੀ 1966 ਦੇ ਵਿੱਚ, 1 ਨਵੰਬਰ ਤੋਂ ਲਾਗੂ ਹੋ ਗਿਆ ਸੀ ਇਹ ਸਮਝੌਤਾ। ਉਦੋਂ ਤੋਂ ਲੈ ਕੇ ਪੰਜਾਬ ਦੀ ਜਿਹੜੀ ਹੈਗੀ ਹੈ ਤੇ ਹਰਿਆਣੇ ਦੀ ਆਪਸ ਵਿੱਚ ਕਾਫੀ ਜਿਹੜੀ ਇੱਟ ਖੜਕਾ ਖੜਕਦਾ ਰਿਹਾ। ਦੋਨਾਂ ਧਿਰਾਂ ਦੇ, ਦੋਨਾਂ ਪਾਸਿਆਂ ਦੇ ਜਿਹੜੇ ਵੱਡੇ ਲੀਡਰ ਹੈ, ਜਿਹੜੇ ਰਾਜ ਕਰਨ ਵਾਲੇ ਪਰਿਵਾਰ ਹੈ, ਉਹਨਾਂ ਦੀ ਆਪਸ ਵਿੱਚ ਯਾਰੀ, ਉਹਨਾਂ ਦੀ ਦੋਸਤੀ, ਉਹਨਾਂ ਦੀਆਂ ਪੱਗਾਂ ਬਟਾਈਆਂ ਦੀਆਂ, ਉਹ ਇੱਕ ਦੂਜੇ ਨੂੰ ਉਹਨਾਂ ਦੇ ਬੱਚੇ ਤਾਇਆ ਚਾਚਾ ਵੀ ਕਹਿੰਦੇ ਔਰ ਉਹ ਭਾਈਚਾਰਾ ਨਿਭਾਉਂਦੇ ਹੈ। ਲੇਕਿਨ ਇਧਰਲੇ ਪਾਸੇ ਸਾਡੇ ਜਿਹੜਾ ਹੈਗਾ ਇੱਕ ਮੋਰਚਾ ਇਧਰ ਲੱਗ ਜਾਂਦਾ ਸੀ, ਉਹਨੂੰ ਬਾਦਲ ਫੈਮਿਲੀ ਜਾਂ ਅਕਾਲੀ ਦਲ ਵਾਲੇ ਕਹਿ ਦਈਏ ਆਪਾਂ, ਇਹ ਕੰਟਰੋਲ ਕਰਦੇ ਹੁੰਦੇ। ਉਹਦੇ ਵਿਰੋਧ ਵਿੱਚ ਇੱਕ ਮੋਰਚਾ ਲੱਗ ਜਾਂਦਾ ਸੀ ਹਰਿਆਣੇ ਦੇ ਵਿੱਚ, ਤੇ ਉਹਨੂੰ ਕਹਿੰਦੇ ਸੀ ਨਿਆਏ ਮੋਰਚਾ। ਉਹ ਨਿਆਏ ਮੋਰਚਾ ਦਾ ਜਿਹੜਾ ਹੈਗਾ ਪ੍ਰਬੰਧ ਉਹ ਦੇਵੀ ਲਾਲ ਦੇ ਪਰਿਵਾਰ ਕੋਲੇ ਹੁੰਦਾ ਸੀ। ਦੋਨਾਂ ਧਿਰਾਂ ਨੇ, ਦੋਨਾਂ ਸੂਬਿਆਂ ਦੇ ਜਿਹੜੇ ਲੋਕ ਹੈ ਜਾਂ ਕਿਸਾਨ ਹੈ, ਉਹਨਾਂ ਨੂੰ ਆਪਸ ਵਿੱਚ ਵੰਡ ਦਿੱਤਾ ਸੀ। ਇਹ ਦਿਖਾ ਦਿੱਤਾ ਸੀ ਕਿ ਇਹ ਇੱਕ ਦੂਜੇ ਦੇ ਦੁਸ਼ਮਣ ਹੈ। ਲੇਕਿਨ ਐਤਕੀ ਇਸ ਅੰਦੋਲਨ ਦੇ ਵਿੱਚ ਮੈਂ ਦੇਖਦਾ ਕਿ ਹਰਿਆਣਾ ਹੀ ਇਕੱਲਾ, ਸਾਰੇ ਦੇਸ਼ ਦੇ ਲੋਕ ਪੰਜਾਬ ਨੂੰ ਬੜਾ ਮਾਣ ਤੇ ਦੇਣ ਲੱਗ ਗਏ ਹੈ। ਹਰਿਆਣੇ ਦੇ ਲੋਕਾਂ ਦੀ ਹਾਲਤ ਤਾਂ ਇਹ ਹੈ ਕਿ ਦਿੱਲੀ ਦੇ ਆਲੇ ਦੁਆਲੇ ਜਿਹੜੇ, ਜਿੱਥੇ ਆਪਾਂ ਦੇਖੀਏ ਬਹਾਦਰਗੜ੍ਹ ਹੈ, ਜਿਵੇਂ ਬਹਾਦਰਗੜ੍ਹ ਹਰਿਆਣੇ 'ਚ ਪੈਂਦਾ ਹੈ, ਬਹਾਦਰਗੜ੍ਹ ਦੀ ਹਾਲਤ ਇਹ ਹੈ ਕਿ ਬਹਾਦਰਗੜ੍ਹ ਦੇ ਢਾਬਿਆਂ ਵਾਲਿਆਂ ਨੇ ਚਾਹ ਪਾਣੀ ਦਾ ਤਾਂ ਮਤਲਬ ਉੱਥੇ ਕਿਸੇ ਨੂੰ ਕੋਈ ਲੋੜ ਹੀ ਨਹੀਂ ਹੈ। ਹੋਟਲਾਂ ਵਾਲਿਆਂ ਦੀ ਹਾਲਤ ਇਹ ਹੈ ਕਿ ਹੋਟਲਾਂ ਵਾਲਿਆਂ ਨੇ ਆਪਣੇ ਸਾਰੇ ਕਮਰੇ ਖੋਲੇ ਹੋਏ ਹੈ ਕਿ ਜੇ ਕੋਈ ਕਿਸਾਨ, ਮਰਦ, ਔਰਤ, ਭੈਣ, ਭਰਾ ਆਉਂਦਾ, ਉਹਨੂੰ ਕਿਸੇ ਕਿਸਮ ਦੀ ਤਕਲੀਫ ਹੈ, ਉਹਨੇ 10-20 ਮਿੰਟ ਆਰਾਮ ਕਰਨਾ, ਘੰਟਾ 2 ਘੰਟੇ ਆਰਾਮ ਕਰਨਾ, ਆਰਾਮ ਵੀ ਕਰ ਸਕਦਾ ਹੈ। ਉਹ ਉੱਥੇ ਨਹਾ ਧੋ ਵੀ ਸਕਦੇ ਹੈ, ਜਿਹੜੀ ਹੈਗੀ ਆਪਣਾ ਉਹਨਾਂ ਦੇ ਵਾਸ਼ਰੂਮ ਵਗੈਰਾ ਸਾਰੇ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਆ, ਔਰ ਉਹ ਲੋਕ ਕਰ ਰਹੇ ਹੈ। ਇੱਦਾਂ ਹੀ ਜੇ ਅਸੀਂ ਦੇਖੀਏ ਜਿਹੜੇ ਪਿੰਡ ਹੈ ਨਾਲ ਆਂਢ ਗੁਆਂਢ ਦੇ ਪਿੰਡ ਹੈ, ਉਹਨਾਂ ਪਿੰਡਾਂ ਦੇ ਵਿੱਚੋਂ ਲੋਕ ਕਿੰਨੀ ਸੇਵਾ ਕਰਦੇ ਆ ਹੋਏ ਹੋਏ ਮੈਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ। ਆਪਾਂ ਪੰਜਾਬ ਦੇ ਰਹਿਣ ਵਾਲੇ ਆ, ਪੰਜਾਬ ਨੂੰ 5 ਦਰਿਆਵਾਂ ਦਾ ਦੇਸ਼ ਕਿਹਾ ਜਾਂਦਾ, 5 ਦਰਿਆਵਾਂ ਦਾ ਸੂਬਾ ਕਿਹਾ ਜਾਂਦਾ ਹੈ। ਇਹਨੂੰ ਦੁੱਧ ਮੱਖਣਾ ਦੀ ਧਰਤੀ ਕਹੀ ਜਾਂਦੀ ਹੈ। ਲੇਕਿਨ ਪੰਜਾਬ ਦੇ ਪਿੰਡਾਂ ਦੀ ਹਾਲਤ ਅੱਜ ਇਹ ਹੈ ਕਿ ਜੇ ਤੁਸੀਂ ਅਚਨਚੇਤ ਕਿਤੇ ਜਾ ਕੇ ਕਹਿ ਦਿਓ ਕਿ ਲੱਸੀ ਦਾ ਗਲਾਸ ਚਾਹੀਦਾ ਹੈ, ਲੱਸੀ ਮਿਲੂਗੀ ਤੁਹਾਨੂੰ ਜ਼ਰੂਰ, ਲੇਕਿਨ ਉਹ ਲੱਸੀ ਨੂੰ ਪੈਦਾ ਕਰਨ ਵਾਸਤੇ, ਉਹਨੂੰ ਲੱਭਣ ਵਾਸਤੇ ਘੱਟੋ ਘੱਟ ਜਿਹੜੇ ਹੈਗੇ ਆ ਤੁਹਾਡੇ ਮੇਜ਼ਬਾਨ, ਉਹਨਾਂ ਨੂੰ ਅੱਧਾ ਘੰਟਾ ਪੌਣਾ ਘੰਟਾ ਲੱਗ ਜਾਂਦਾ ਕਿ ਕਿਹੜੇ ਪਰਿਵਾਰ ਕੋਲੇ ਲੱਸੀ ਹੋਊਗੀ। ਉੱਥੇ ਮੈਂ ਦੇਖਿਆ ਕਿ ਦਿਨ ਚੜ੍ਹਦਿਆਂ ਸਾਰ ਹੀ ਤੁਸੀਂ ਕਿਸੇ ਵੀ ਕੈਂਪ ਚਲੇ ਜਾਓ, ਉੱਥੇ ਚਾਹਾਂ ਪਾਣੀ ਬਣੀ ਜਾਂਦੇ ਆ, ਲੰਗਰ ਬਣੀ ਜਾਂਦਾ, ਤੇ ਜਦੋਂ ਰੋਟੀ ਲੰਗਰ ਛਕਣ ਦਾ ਸਵਾਦ ਆਉਂਦਾ ਸਵਾਲ, ਤੇ ਨਾਲ ਦੀ ਨਾਲ ਹੀ ਤੁਹਾਨੂੰ ਜਿਹੜੇ ਗਲਾਸ ਜਾਂ ਬਾਟੀਆਂ ਦਿੰਦੇ ਹੈ, ਉਹਦੇ 'ਚ ਪਾਣੀ ਨਹੀਂ ਪਾਉਂਦੇ। ਪ੍ਰਬੰਧਕ ਜਿਹੜੇ ਹੈਗੇ ਹੈ, ਲੰਗਰਾਂ ਦੇ ਪ੍ਰਬੰਧਕ ਹੈ, ਤੁਹਾਨੂੰ ਲੱਸੀ ਪੇਸ਼ ਕਰਦੇ ਹੈ, ਲੱਸੀ ਪੀਓ। ਮੈਂ ਪੁੱਛਿਆ ਵੀ ਇਹਨੀ ਲੱਸੀ ਕਿੱਥੋਂ ਆਉਂਦੀ ਹੈ? ਉਹ ਕਹਿੰਦੇ ਜੀ ਆਂਢ ਗੁਆਂਢ ਦੇ ਜਿਹੜੇ ਪਿੰਡਾਂ ਦੇ ਲੋਕ ਹੈ, ਉਹਨਾਂ ਨੇ ਵਾਰੀ ਬੰਨੀ ਹੋਈ ਹੈ ਕਿ ਅੱਜ ਫਲਾਣੇ ਘਰ ਦੇ ਵਿੱਚੋਂ ਜਿੰਨੀ ਵੀ ਹੈਗੀ ਹੈ ਦੁੱਧ ਉਹ ਇਕੱਠਾ ਕੀਤਾ ਜਾਊਗਾ, ਇਹ ਫਲਾਣੇ ਘਰ ਦਾ ਦੁੱਧ ਜਾਊਗਾ, ਫਲਾਣੇ ਦੀ ਲੱਸੀ ਜਾਊਗੀ। ਏਦਾਂ ਹੀ ਜੇ ਅਸੀਂ ਦੇਖੀਏ ਹਰ ਕਿਸਮ ਦੀ ਸਬਜ਼ੀ ਹੈ ਜਿਹੜੀ ਉੱਥੇ ਉਹ ਜਾ ਰਹੀ ਹੈ। ਕਿਧਰੇ ਤੁਹਾਨੂੰ ਪਕੌੜਿਆਂ ਵਾਲੇ ਮਿਲ ਜਾਣਗੇ, ਪਕੌੜੇ ਤੁਹਾਨੂੰ ਵੰਡੀ ਜਾਂਦੇ ਆ, ਸਿਓ ਵੰਡੀ ਜਾਂਦੇ ਆ, ਕਿੰਨੂ ਵੰਡੀ ਜਾਂਦੇ ਆ, ਕੇਲੇ ਵੰਡੀ ਜਾਂਦੇ ਆ।
ਹਾਲਤ ਇਹ ਬਣੀ ਹੋਈ ਹੈ ਕਿ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਜਿਹੜੇ ਸਾਡੇ ਭੈਣ ਭਰਾ ਉੱਥੇ ਗਏ ਹੋਏ ਹੈ, ਉਹਨਾਂ ਦੇ ਵਿੱਚ ਬਹੁਤਿਆਂ ਦਾ ਇਹ ਕਹਿਣਾ ਕਿ ਸਾਨੂੰ ਤਾਂ ਆਪਣਾ ਰਾਸ਼ਨ ਖੋਲਣ ਦੀ ਲੋੜ ਹੀ ਨਹੀਂ ਪਈ, ਕਿਉਂਕਿ ਰਾਸ਼ਨ ਸਾਰੇ ਦਾ ਸਾਰਾ ਹੀ ਪਾਸੋਂ ਆਈ ਜਾਂਦਾ, ਪਿਛਾਂ ਤੋਂ ਪੰਜਾਬ ਤੋਂ ਵੀ ਜਾਂਦਾ ਹੈ, ਲੇਕਿਨ ਪੰਜਾਬ ਨਾਲੋਂ ਜ਼ਿਆਦਾ ਰਾਸ਼ਨ ਜਿਹੜਾ ਹਰਿਆਣੇ ਦੇ ਲੋਕਾਂ ਤੋਂ ਜਾਂਦਾ ਹੈ। ਇਵੇਂ ਅਸੀਂ ਦੇਖੀਏ ਸਾਡੀ ਆਪਸ ਵਿੱਚ ਪਿੰਡਾਂ ਦੇ ਵਿੱਚ ਕਈ ਵਾਰੀ ਤੂਤ ਰੱਖ ਹੋ ਜਾਂਦੀ ਹੈ, ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅਸੀਂ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਹਾਂ, ਲੇਕਿਨ ਉੱਥੇ ਜਾ ਕੇ ਤੁਸੀਂ ਦੇਖੋਗੇ ਉੱਥੇ ਕਿਸੇ ਕਿਸਮ ਦੀ ਕੋਈ ਦਵਾਇਤ ਨਹੀਂ, ਕੋਈ ਦੁਸ਼ਮਣੀ ਨਹੀਂ, ਕਿਸੇ ਦਾ ਕੁਝ ਵੀ ਨਹੀਂ, ਸਾਰੇ ਲੋਕ ਇਕੱਠੇ ਇੱਕੋ ਥਾਂ ਦੇ ਉੱਤੇ ਬੈਠ ਕੇ ਬਸ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਰਚਾ ਹੁੰਦੀ ਹੈ ਉਹ ਕਿਸਾਨ ਅੰਦੋਲਨ ਨੂੰ ਲੈ ਕੇ ਹੁੰਦੀ ਹੈ, ਕਿਸਾਨ ਦੀ ਹੋਣੀ ਨੂੰ ਲੈ ਕੇ ਹੁੰਦੀ ਹੈ, ਕਿਸਾਨ ਦੇ ਆਉਣ ਵਾਲੇ ਜਿਹੜੇ ਹੈਗੇ ਹੈ ਦਿਨ ਕਿਹੋ ਜਿਹੇ ਖਤਰਨਾਕ ਹੋਣਗੇ ਇਹਨਾਂ ਨੂੰ ਲੈ ਕੇ ਉਹ ਲੋਕ ਗੱਲਾਂ ਕਰਦੇ ਹੈ। ਹਾਂ ਕਿਤੇ ਕਿਤੇ ਕੁਝ ਥੋੜੀ ਜੀ ਗੜਬੜ ਲੱਗਦੀ ਹੈ, ਉਹ ਗੜਬੜ ਇਹ ਹੈ ਵੀ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਨਾ, ਇਹਨਾਂ ਨੇ ਲਿਜਾ ਕੇ ਨੌਜਵਾਨ ਮੁੰਡਿਆਂ ਨੇ ਜਿਹੜੀਆਂ ਟੋਲੀਆਂ ਬੜੀਆਂ ਹੁੰਦੀਆਂ, ਉਹ ਟੋਲੀਆਂ ਵਾਲੀ ਗੱਲ ਜਿਹੜੀ ਹੈ ਸਾਡੇ ਵਾਲੇ ਪਾਸੇ ਵੀ ਚੱਲਦੀ ਹੈ। ਮੈਂ ਉੱਥੇ ਕੁਝ ਦੁਕਾਨਦਾਰਾਂ ਨਾਲ ਗੱਲ ਕੀਤੀ, ਆਮ ਲੋਕਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜਦੋਂ ਪੰਜਾਬ ਦੇ ਕਿਸਾਨ ਆ ਗਏ ਸੀ ਤੇ ਸਾਨੂੰ ਡਰ ਲੱਗਣ ਲੱਗ ਪਿਆ ਸੀ, ਅਸੀਂ ਇਹ ਸੋਚਣ ਲੱਗੇ ਸੀ ਵੀ ਇਹ ਤਾਂ ਉਹੀ ਕੁਛ ਹੋਊਗਾ ਜੋ ਜਾਟ ਅੰਦੋਲਨ ਵੇਲੇ ਹੋਇਆ ਸੀ। ਤੁਹਾਨੂੰ ਪਤਾ ਜਾਟ ਅੰਦੋਲਨ ਵੇਲੇ ਲੁੱਟਮਾਰ ਬੜੀ ਵੱਡੇ ਪੱਧਰ ਤੇ ਹੋਈ ਸੀ ਕਿ ਇਹ ਵੀ ਕਿਸਾਨ ਹੈ, ਪਰ ਕਹਿੰਦੇ ਜਦੋਂ ਇਹ ਆਏ ਤੇ ਇਹਨਾਂ ਨੇ 3 ਦਿਨ ਆ ਕੇ ਇੱਥੇ ਬੈਠੇ ਤੇ ਕਿਸੇ ਨਾਲ ਕੋਈ ਇਹਨਾਂ ਦੀ ਮਤਲਬ ਜਿਹੜੀ ਹੈ ਕੋਈ ਮੈਲੀ ਅੱਖ ਨਹੀਂ ਝਾਕਦੇ ਸੀ, ਤੇ ਫਿਰ ਸਾਡਾ ਮੋਹ ਪ੍ਰੇਮ ਇੰਨਾ ਪੈ ਗਿਆ ਕਿ ਅਸੀਂ ਦੁਕਾਨਾਂ ਵੀ ਖੋਲਤੀਆਂ ਤੇ ਨਾਲ ਦੀ ਨਾਲ ਹੀ ਅਸੀਂ ਮਤਲਬ ਜਿਹੜਾ ਹੈਗਾ ਉੱਥੇ ਸਫਾਈ ਵਗੈਰਾ ਵੀ ਉਹਨਾਂ ਦੇ ਨਾਲ ਕਰਾਉਣੀ। ਜੰਦੀ ਸਾਹਿਬ ਮੈਂ ਤੁਹਾਨੂੰ ਯਾਤੀ ਤਜਰਬਾ ਦੱਸਦਾ, ਇੱਕ ਥਾਂ ਦੇ ਉੱਤੇ ਅਸੀਂ ਲੰਗਰ ਛਕਣ ਲੱਗੇ, ਉੱਥੇ ਬਰਤਨ ਹੈ ਨਹੀਂ ਸੀ, ਔਰ ਉਹਨਾਂ ਨੇ ਜਿਹੜੇ ਕਿਸਾਨ ਭਰਾ ਸੀ ਸਾਨੂੰ ਉਹਨਾਂ ਨੇ ਹੱਥਾਂ ਦੇ ਉੱਤੇ ਰੋਟੀ ਜਿਵੇਂ ਪਿੰਡਾਂ 'ਚ ਆਪਾਂ ਰੱਖ ਦਿੰਦੇ ਹਾਂ ਜਾਂ ਉਸ ਤਰ੍ਹਾਂ ਰੱਖੀ ਰੋਟੀ ਤੇ ਰੋਟੀ ਖਾਣ ਲੱਗੇ। ਸਾਡੇ ਨਾਲ ਇੱਕ ਸਾਡਾ ਮਿੱਤਰ ਹੈ ਜਿਹੜਾ ਖਾਂਦਾ ਪੀਂਦਾ ਸੀ ਚੰਗਾ, ਮਤਲਬ ਘਰ ਦਾ ਖਾਂਦੇ ਪੀਂਦੇ ਘਰ ਤੋਂ ਭਾਵ ਹੈ ਕਿ ਉਹਦਾ ਪਾਣੀ ਮਰਦਾ ਸੀ, ਉਹਦੇ ਕੋਲੇ ਮਤਲਬ 4 ਪੈਸੇ ਹੈਗੇ ਆ, NRI ਹੈ, ਵਿਦੇਸ਼ਾਂ ਦੇ ਵਿੱਚ ਉਹਦਾ ਪਰਿਵਾਰ ਸੈਟਲ ਹੈ, ਉਹ ਵੀ ਨਾਲ ਸੀ। ਉਹਨੇ ਕਿਹਾ ਕਹਿੰਦਾ ਯਾਰ ਗੱਲ ਹੈ ਤੁਹਾਡੇ ਕੋਲ ਬਰਤਨ ਹੈ ਨਹੀਂ, ਕਹਿੰਦੇ ਜੀ ਹੈ ਨਹੀਂ ਬਰਤਨ, ਅਸੀਂ ਲੈ ਕੇ ਨਹੀਂ ਆਏ, ਸਾਥੋਂ ਗਲਤੀ ਹੋ ਗਈ, ਤੇ ਉਹ ਕਹਿੰਦਾ ਡਿਸਪੋਜ਼ੇਬਲ ਬਰਤਨ ਲੈ ਲਓ, ਕਹਿੰਦੇ ਜੀ ਕੋਈ ਨਹੀਂ ਲਿਆਵਾਂਗੇ, ਉਹ ਕਹਿੰਦਾ ਕੋਈ ਗੱਲ ਨਹੀਂ ਅਸੀਂ ਲੈ ਕੇ ਆਉਣੇ। ਮੈਨੂੰ ਨਾਲ ਲੈ ਕੇ ਜਦੋਂ ਤੁਰ ਗਏ ਤੇ ਜਾ ਕੇ ਇੱਕ ਥਾਂ ਦੇ ਉੱਤੋਂ ਅਸੀਂ ਡਿਸਪੋਜ਼ੇਬਲ ਬਰਤਨ ਕਿਹਾ ਵੀ ਚਾਹੀਦੇ, ਤੇ ਉਹ ਕਹਿੰਦੇ ਜੀ ਲੈ ਜਾਓ ਜਿੰਨੇ ਮਰਜ਼ੀ, ਕਿਸਾਨ ਅੰਦੋਲਨ ਵਾਸਤੇ ਲੈ ਕੇ ਜਾਣੇ। ਅਸੀਂ ਆਖਿਆ ਹਾਂਜੀ। ਉਹ ਮੇਰੇ ਸੱਜਣ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ ਇੰਨੇ ਤੁਸੀਂ ਉਹ ਜਿਹੜੇ ਹੈਗੇ ਆ ਪਲੇਟਾਂ ਪਾ ਦਿਓ, ਇੰਨਾ ਜਿਹੜਾ ਹੈਗਾ ਵਗੈਰਾ ਜਿਹੜੇ ਡਿਸਪੋਜ਼ੇਬਲ ਚਮਚੇ ਹੁੰਦੇ ਆ, ਗਲਾਸ ਹੁੰਦੇ ਆ, ਇਹ ਦੇ ਦਿਓ, ਦੇ ਕੇ ਲਗਭਗ ਅੰਦਾਜ਼ਾ ਲਾਇਆ ਸੀ ਕਿ 1000 ਰੁਪਏ ਦਾ ਸਮਾਨ ਹੋਊ। ਜਦੋਂ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਪੈਸੇ ਦਾ ਸਮਾਨ ਹੈ, ਕਹਿੰਦੇ ਜੀ ਪੈਸੇ ਤਾਂ ਅਸੀਂ ਮੰਗੇ ਨਹੀਂ, ਲੈ ਜਾਓ ਇਹਨਾਂ ਨੂੰ। ਉਹ ਕਹਿੰਦਾ ਨਹੀਂ ਯਾਰ ਤੁਸੀਂ ਮਤਲਬ ਪੈਸੇ ਤਾਂ ਲਓ, ਘੱਟੋ ਘੱਟ ਲਾਗਤ ਹੀ ਲੈ ਲਓ। ਉਹਨੇ 1000 ਰੁਪਇਆ ਕੱਢ ਕੇ ਫੇਰ ਜਦੋਂ ਪੇਸ਼ ਕਰਨ ਦੀ ਕਹਿੰਦੇ ਸਰਦਾਰ ਸਾਹਿਬ ਫੇਰ ਹੈ ਜੀ, ਤੁਸੀਂ ਐਡਾ ਵੱਡਾ ਯੱਗ ਕਰਨ ਆਏ ਹੋ, ਇਸ ਯੱਗ ਦੇ ਵਿੱਚ ਸਾਡਾ ਥੋੜਾ ਜਿਹਾ ਤਾਂ ਹਿੱਸਾ ਪਵਾ ਲਓ, ਤੁਸੀਂ ਭਾਰਤ ਦੀ ਲੜਾਈ ਲੜ ਰਹੇ ਹੋ, ਲੋਕਾਂ ਦੀ ਲੜਾਈ ਲੜ ਰਹੇ ਹੋ, ਇਸ ਕਰਕੇ ਅਸੀਂ ਪੈਸੇ ਨਹੀਂ ਲਵਾਂਗੇ। ਜੱਦੀ ਸਾਹਿਬ 1 ਰੁਪਈਆ ਤੱਕ ਨਹੀਂ ਲਿਆ। ਔਰ ਜਿਹੜੀ ਮੈਂ ਅਗਲੀ ਗੱਲ ਕਰਦਾ ਸੀ ਕਿ ਹੁਣ ਉਹ ਸਾਡੀ ਮੰਡੀਰ ਹੈ, ਜਿਹੜੀ ਮੰਡੀਰ ਦੀ ਸਥਿਤੀ ਕੀ ਹੈ ਕਿ ਉਹ ਟਰੈਕਟਰਾਂ ਚੋਂ ਟਰਾਲੀਆਂ ਕੱਢ ਦਿੰਦੇ, ਇਕੱਲੇ ਟਰੈਕਟਰਾਂ ਨੂੰ ਲੈ ਕੇ ਡੀਜੇ ਉੱਪਰ ਲੱਗੇ ਹੋਏ ਹੈ। ਕਈ ਵਾਰੀ 8-8, 10-10 ਮੁੰਡੇ ਆ ਜਿਹੜੇ ਉਹ ਬੋਨਟ ਤੇ ਵੀ ਬੈਠ ਗਏ, ਉਹ ਮਿਡਗਾਰਡਾਂ ਤੇ ਵੀ ਬੈਠ ਕੇ ਉੱਚੀ ਗਾਣੇ ਲਾਏ ਹੋਏ ਤੇ ਤੁਰੇ ਫਿਰਦੇ, ਇਸ ਪਾਸੇ ਹੋ ਗਏ ਇਸ ਪਾਸੇ ਹੋ ਗਏ। ਉਸ ਚੀਜ਼ ਨੂੰ ਪ੍ਰਬੰਧਕਾਂ ਨੇ ਨੋਟ ਕੀਤਾ ਕਿ ਗੜਬੜ ਹੈ ਭਾਈ, ਇਹ ਬੰਦ ਕਰੋ। ਪ੍ਰਬੰਧਕ ਕਹਿੰਦੇ ਵੀ ਜੇ ਇੱਥੇ ਦੇ ਹਰਿਆਣੇ ਦੀਆਂ ਧੀਆਂ ਭੈਣਾਂ ਉਹ ਇਹ ਮਹਿਸੂਸ ਕਰਦੀਆਂ ਕਿ ਸਰਦਾਰ ਆ ਗਏ ਇੱਥੇ, ਪੰਜਾਬ ਦੇ ਸਰਦਾਰ ਐ, ਤੇ ਅਸੀਂ ਰਾਤ ਨੂੰ 12-1 ਵਜੇ ਤੱਕ ਜਿਵੇਂ ਮਰਜ਼ੀ ਤੁਰੇ ਫਿਰਦੇ ਰਹੀਏ, ਸਾਡੀ ਇੱਜ਼ਤ ਆਨ ਸ਼ਾਨ ਉਹ ਸੁਰੱਖਿਅਤ ਹੈ, ਤੇ ਇਹਨਾਂ ਧੀਆਂ ਭੈਣਾਂ 'ਚ ਇਹਨਾਂ ਲੋਕਾਂ ਦੇ ਵਿੱਚ ਇਹ ਪ੍ਰਭਾਵ ਨਾ ਜਾਵੇ ਕਿ ਇਹ ਮਟਰਗਸ਼ਤੀ ਕਰਦੇ ਫਿਰਦੀ ਹੈ। ਇਸ ਕੰਮ ਨੂੰ ਬੰਦ ਕਰੋ। ਇਹਦੇ ਤੇ ਵਾਰ-ਵਾਰ ਉਹਨਾਂ ਵੱਲੋਂ ਸਟੇਜ ਤੋਂ ਵੀ ਅਨਾਉਂਸ ਕੀਤਾ ਜਾਂਦਾ ਹੈ। ਕੱਲ ਤੁਸੀਂ ਦੇਖਿਆ ਉਹਨਾਂ ਸੋਸ਼ਲ ਮੀਡੀਆ ਤੇ ਇੱਕ ਬੜੀ ਭਾਵਪੂਰਤ ਤਕਰੀਰ ਹੈ ਜਿਹੜੀ ਉਹ ਵਾਇਰਲ ਹੋਈ ਵੀ ਹੈ ਬਲਵੀਰ ਸਿੰਘ ਰਾਜੇਵਾਲ ਦੀ, ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਨੋਟ ਕੀਤਾ ਉਚੇਚੇ ਤੌਰ ਦੇ ਉੱਤੇ, ਮਤਲਬ ਇੰਨੇ ਵਧੀਆ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ। ਅਗਲੀ ਗੱਲ ਸਿਆਸਤ ਦੀ ਜਿਹੜਾ ਸਿਆਸਤ ਦਾ ਗ੍ਰਹਿਣ ਹੈ ਉਹ ਇਸ ਅੰਦੋਲਨ ਨੂੰ ਨਾਲ ਲੱਗ ਜਾਵੇ, ਇਹਦੇ ਤੋਂ ਬਹੁਤ ਸੁਚੇਤ ਹੈ ਕਿ ਕਿਸਾਨ ਲੀਡਰ, ਔਰ ਕਿਸੇ ਵੀ ਸਿਆਸਤਦਾਨ ਨੂੰ ਉਹ ਨੇੜੇ ਨਹੀਂ ਆਉਣ ਦਿੰਦੇ। ਜੇ ਕੋਈ ਸਿਆਸਤਦਾਨ ਆਉਂਦਾ ਉਹਨੂੰ ਕਹਿੰਦੇ ਬੰਦੇ ਦਾ ਪੁੱਤ ਬਣ ਕੇ ਆਮ ਕਿਸਾਨਾਂ ਵਿੱਚ ਬਹਿ ਜਾ, ਕਿਸਾਨਾਂ ਦੇ ਤੈਨੂੰ ਭਾਸ਼ਣ ਨਹੀਂ ਕਰ ਦੇਵਾਂਗੇ। ਜਿਹੜੀ ਸਿਆਸਤ ਤੋਂ ਆਪਣੇ ਅੰਦੋਲਨ ਨੂੰ ਬਚਾ ਕੇ ਰੱਖਣਾ, ਔਰ ਅੰਦੋਲਨ ਨੂੰ 10 ਦਿਨ ਹੋ ਗਏ, 10 ਦਿਨ ਦੇ ਵਿੱਚ ਕੁੱਤੀ ਤੱਕ ਨਾ ਚੁੱਕਣੀ, 3 ਮਹੀਨਿਆਂ ਤੋਂ ਇਹ ਅੰਦੋਲਨ ਚੱਲ ਰਿਹਾ ਹੈ, ਔਰ 3 ਮਹੀਨਿਆਂ ਦੇ ਵਿੱਚੋਂ ਇਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਬੜੇ ਯਤਨ ਕੀਤੇ ਗਏ। ਕਦੇ ਇਹਨੂੰ ਅੱਤਵਾਦੀਆਂ ਦਾ ਕਿਹਾ ਗਿਆ, ਕਦੇ ਇਹਨੂੰ ਖਾਲਿਸਤਾਨੀਆਂ ਦਾ ਅੰਦੋਲਨ ਕਿਹਾ ਗਿਆ, ਕਦੇ ਇਹਨੂੰ ਕੋਈ ਕਿਹਾ ਗਿਆ, ਕਦੇ ਕੋਈ ਕਿਹਾ ਗਿਆ, ਲੇਕਿਨ ਇਹ ਅੰਦੋਲਨ ਨਰੋਲ ਕਿਸਾਨੀ ਦਾ, ਇੱਥੋਂ ਤੱਕ ਕਿ ਉਹ ਲੋਕ ਜਿਹੜੇ ਲੋਕ ਥੋੜੀ ਬਹੁਤੀ ਜਾ ਕੇ ਆਪਣੀ ਡਫਲੀ ਅੱਡ ਵਜਾਉਂਦੇ, ਉਹਨਾਂ ਲੋਕਾਂ ਨੂੰ ਵੀ ਉਹਨਾਂ ਨੇ ਵਾਰਨਿੰਗ ਕਰ ਦਿੱਤਾ
ਮਿਸਾਲ ਦੇ ਤੌਰ ਤੇ ਉਹ ਮੁੰਡਾ ਇੱਕ ਹੈਗਾ ਦੀਪ ਸਿੱਧੂ। ਦੀਪ ਸਿੱਧੂ ਨੇ ਜਾ ਕੇ ਉੱਥੇ ਇੱਕ ਆਪਣਾ ਸ਼ੰਭੂ ਵਾਲਾ ਮੋਰਚਾ ਅਲੱਗ ਲਾ ਲਿਆ ਸੀ। ਪਹਿਲਾਂ ਉਹਦੇ ਬਾਰੇ ਜਾਣਕਾਰੀ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਸੰਨੀ ਦਿਓਲ ਦੇ ਨਾਲ ਹੁੰਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਦੀਆਂ ਤਸਵੀਰਾਂ ਜਿਹੜੀਆਂ ਆਈਆਂ ਉਹ ਵਾਇਰਲ ਹੋ ਗਈਆਂ। RSS ਦੇ ਨਾਲ ਉਹਦੇ ਸੰਬੰਧ ਹੈ ਜਿਹੜੇ ਬੇਨਕਾਬ ਹੋ ਗਏ। ਆਪਣੇ ਆਪ ਹੀ ਉਹ ਕਹਿ ਰਿਹਾ ਸੀ ਮੈਨੂੰ RSS ਵਾਲਿਆਂ ਦੇ ਟੈਲੀਫੋਨ ਆ ਰਹੇ ਹੈ, ਔਰ ਉਹ ਇੱਕ ਖੁਦ ਮੁਖਤਿਆਰੀ ਵਾਲਾ ਤੇ ਇੱਕ ਨਵਾਂ ਵੱਖਰਾ ਏਜੰਡਾ ਲੈ ਕੇ ਬਹਿ ਗਿਆ ਸੀ। ਉਹਨੂੰ ਉਹਨਾਂ ਨੇ ਨਾਲ ਦੀ ਨਾਲ ਹੀ ਬੈਨ ਕਰ ਦਿੱਤਾ ਕਿ ਤੂੰ ਸਾਡੀ ਸਟੇਜ ਤੋਂ ਨਹੀਂ ਬੋਲੇਗਾ, ਚੁੱਪ ਕਰਕੇ ਪਾਸੇ ਬਹਿ ਜਾ। ਉਹਦੇ ਹੱਕ ਦੇ ਵਿੱਚ ਜਦੋਂ ਕੁਝ ਨੌਜਵਾਨਾਂ ਨੇ ਮਤਲਬ ਹੋ ਹੱਲਾ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਕਿ ਤੁਸੀਂ ਇਹ ਦੇਖੋ ਅਜਿਹੇ ਲੋਕ ਜਿਹੜੇ ਹੈਗੇ ਆ, ਭਾਰਤ ਸਰਕਾਰ ਬਹੁਤ ਸ਼ਾਤਰ ਸਰਕਾਰ ਹੈ ਜਿਹਦੇ ਨਾਲ ਸਾਡਾ ਵਾਸਤਾ ਪਿਆ, ਜਿਹਦੇ ਨਾਲ ਸਾਡੀ ਲੜਾਈ ਹੈ, ਔਰ ਇਹ ਸਰਕਾਰ ਸਾਡੇ ਅੰਦੋਲਨ ਨੂੰ ਪਟੜੀ ਤੋਂ ਲਾ ਸਕਦੀ ਹੈ। ਇਹਦੇ ਲਈ ਉਹ ਸਾਡੇ ਵਿੱਚ ਕੁਝ ਅਜਿਹੇ ਲੋਕ ਭੇਜ ਸਕਦੇ ਆ ਜਿਹੜੇ ਲੋਕ ਵੱਖਰੇ ਦੇਸ਼ ਦੀ ਗੱਲ ਕਰਨ, ਜਿਹੜੇ ਲੋਕ ਵੱਖਰੇ ਧਰਮ ਦੀ ਗੱਲ ਕਰਨ, ਜਿਹੜੇ ਲੋਕ ਖੁਦ ਮੁਖਤਿਆਰੀ ਦੀ ਗੱਲ ਕਰਨ। ਇਹਨਾਂ ਨੇ ਜੇ ਕੁਝ ਕਰਨਾ ਤੇ ਆਪਣਾ ਪਲੇਟਫਾਰਮ ਅੱਡ ਲਾਉਣ, ਇਹ ਲੋਕਾਂ ਨੂੰ ਤਿਆਰ ਕਰਕੇ ਆਪਣੇ ਆਪ ਕਰਨ, ਪਰ ਇਹ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਆ ਕੇ ਇਹ ਜਿਹੀਆਂ ਗੱਲਾਂ ਨਾ ਕਰਨ। ਇੰਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਸੰਘਰਸ਼ ਚਲਾਇਆ ਹੋਇਆ ਔਰ ਇਸ ਸੰਘਰਸ਼ ਨੂੰ ਬੂਰ ਪੈਂਦਾ ਜਾਪਦਾ ਹੈ। ਕਿਉਂਕਿ ਮੈਂ ਬੂਰ ਪੈਂਦਾ ਇਸ ਕਰਕੇ ਕਹਿ ਸਕਦਾ ਜਾਪਦਾ ਹੈ, ਜਿੱਦਣ ਕਿਸਾਨਾਂ ਦੀ ਜਾਂ ਪਿਛਲੀ ਗੱਲਬਾਤ ਖਤਮ ਹੋਈ ਹੈ, ਗੱਲਬਾਤ ਖਤਮ ਹੋਣ ਤੋਂ ਪਹਿਲਾਂ ਲਗਭਗ ਘੰਟਾ ਪਹਿਲਾਂ ਮੈਂ ਵਿਗਿਆਨ ਭਵਨ ਚਲਾ ਗਿਆ ਸੀ, ਜਿੱਥੇ ਅੰਦਰ ਗੱਲਬਾਤ ਚੱਲਦੀ ਸੀ। ਵਿਗਿਆਨ ਭਵਨ ਦੇ ਬਾਹਰ ਬਹੁਤ ਸਾਰੇ ਪੱਤਰਕਾਰ ਸੱਜਣ ਮਿੱਤਰ ਆਪਣੇ ਪੰਜਾਬ ਵਾਲੇ ਵੀ ਬੜੇ ਖੜੇ ਸੀ, ਕੁਝ ਸਿਆਸੀ ਲੋਕ ਵੀ ਖੜੇ ਸੀ, ਕਿਸਾਨ ਆਗੂ ਜਿਹੜੇ ਅੰਦਰ ਬੈਠੇ ਸੀ। ਉਹਨਾਂ ਦੇ ਵਿੱਚ 2-3 ਮੇਰੇ ਵੀ ਵਾਕਫਕਾਰ ਹੈਗੇ ਜਿਨ੍ਹਾਂ ਨਾਲ ਮੇਰੇ ਬਹੁਤ ਵਧੀਆ ਦੋਸਤਾਨਾ ਰਿਲੇਸ਼ਨ ਹੈ। ਉਹਨਾਂ ਨੂੰ ਜਦੋਂ SMS ਕਰਕੇ ਤੇ ਉਹਨਾਂ ਤੋਂ ਪੁੱਛੀਦਾ ਸੀ ਕਿ ਦੱਸੋ ਅੰਦਰ ਕੀ ਹੋ ਰਿਹਾ, ਤੇ ਉਹ ਦੱਸ ਰਹੇ ਸੀ ਕਿ ਜਿਹੜੇ ਨਰਿੰਦਰ ਮੋਦੀ ਸਾਹਿਬ ਦੇ ਮੰਤਰੀ ਹੈ, ਇੱਕ ਟਾਈਮ ਇਹ ਆ ਗਿਆ ਸੀ ਜਦੋਂ ਮੰਤਰੀ ਮਿੰਨਤਾਂ ਕਰਨ ਤੱਕ ਪਹੁੰਚ ਗਏ ਸੀ। ਮੰਤਰੀ ਇਹ ਕਹਿਣ ਲੱਗੇ ਕਿ ਭਰਾਵੋ ਜਿਹੜੇ ਹੈ ਜੋ ਤੁਸੀਂ ਇਹਦੇ ਚ ਅਮੈਂਡਮੈਂਟਸ ਚਾਹੋਗੇ ਅਸੀਂ ਸਾਰੀਆਂ ਦੀਆਂ ਸਾਰੀਆਂ ਅਮੈਂਡਮੈਂਟਸ ਕਰ ਦਿਆਂਗੇ। ਇਹਨਾਂ ਦੇ ਨਾਂ ਇਹੀ ਰਹਿੰਦੇ, ਪਰ ਸਾਡੇ ਤੇ ਇਹ ਦਬਾਅ ਨਾ ਪਾਓ ਕਿ ਅਸੀਂ ਇਸ ਜਿਹੜੇ ਹੈਗੇ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਈਏ। ਇਹ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣੇ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਹੈ ਉਹ ਮਿੱਟੀ ਹੋ ਜਾਣੀ ਹੈ। ਕਿਉਂਕਿ ਚੰਦੀ ਸਾਹਿਬ ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਨਰਿੰਦਰ ਮੋਦੀ ਇਸ ਦੇਸ਼ ਦੇ ਵਿੱਚ ਇੱਕ ਅਜਿਹਾ ਪ੍ਰਧਾਨ ਮੰਤਰੀ ਹੈ ਜਿਹਨੇ ਜੋ ਫੈਸਲਾ ਕਰ ਲਿਆ ਇਹ ਕਦੇ ਪਿਛਾਂਹ ਨਹੀਂ ਹਟਿਆ। ਪਰ ਉੱਥੇ ਹਾਲਤ ਇਹ ਬਣੀ ਪਈ ਹੈ ਕਿ ਉਹ ਕਹਿੰਦੇ ਜੀ ਤੁਸੀਂ ਇਹ ਪਹਿਲਾਂ ਇਹ ਕਹਿੰਦੇ ਸੀ ਕਿ ਅਮੈਂਡਮੈਂਟ ਤਾਂ ਕੋਈ ਹੋ ਹੀ ਨਹੀਂ ਸਕਦੀ, ਕਿ ਸਾਰੀਆਂ ਅਮੈਂਡਮੈਂਟਸ ਕਰਾ ਲਓ ਪਰ ਕਾਨੂੰਨ ਨੂੰ ਜਿਹੜਾ ਹੈਗਾ ਤੁਸੀਂ ਮੰਨ ਲਓ। ਤੇ ਕਿਸਾਨ ਕਹਿੰਦੇ ਵੀ ਜਦੋਂ ਅਸੀਂ ਪੰਜਾਬ 'ਚ ਬੈਠੇ ਅੰਦੋਲਨ ਕਰਦੇ ਸੀ ਉਦੋਂ ਤੁਸੀਂ ਸਾਡੀ ਗੱਲ ਨਹੀਂ ਸੁਣੀ। ਉਦੋਂ ਅਸੀਂ ਇਹੀ ਗੱਲ ਕਹਿੰਦੇ ਸੀ ਕਿ MSP ਵਾਲੀ ਜਿਹੜੀ ਹੈਗੀ ਹੈ ਗੱਲ ਤੁਸੀਂ ਇਹਦੀ ਗਰੰਟੀ ਦੇ ਦਿਓ, ਕਾਨੂੰਨ ਦੇ ਵਿੱਚ ਇਹ ਸ਼ਾਮਲ ਕਰ ਦਿਓ। ਅਸੀਂ ਇਹ ਕਹਿੰਦੇ ਸੀ ਕਿ ਜਿਹੜੀ ਕੰਟਰੈਕਟ ਫਾਰਮਿੰਗ ਹੈ, ਜਿਹੜੀ ਅਸ਼ੋਰਡ ਗਰੰਟੀ ਹੈ ਉਹਦੀ ਪਰਚੇਜ਼ ਦੀ, ਸਾਨੂੰ ਉਹ ਦੇ ਦਿਓ। ਇਹਨਾਂ ਗੱਲਾਂ ਵੱਲ ਤੁਸੀਂ ਧਿਆਨ ਨਹੀਂ ਦਿੱਤਾ, ਤੁਸੀਂ ਸਾਡੀ ਗੱਲ ਨਹੀਂ ਸੁਣੀ, ਸਗੋਂ ਉਲਟਾ ਤੁਸੀਂ ਪੰਜਾਬ ਨੂੰ ਸਜ਼ਾ ਦੇਣ ਲੱਗ ਗਏ। ਤੁਸੀਂ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕਰਤੀਆਂ, ਪੰਜਾਬ ਦਾ ਪੂਰੀ ਤੌਰ ਤੇ ਆਰਥਿਕ ਨਾਕਾਬੰਦੀ ਕਰ ਦਿੱਤੀ ਤੇ ਮਜਬੂਰੀ ਬਸ ਫਿਰ ਸਾਨੂੰ ਰਾਜਧਾਨੀ ਵੱਲ ਨੂੰ ਆਉਣਾ ਪਿਆ। ਅਜੇ ਰਾਜਧਾਨੀ ਦੇ ਵਿੱਚ ਕਿਸਾਨ ਤਾਂ ਬੜੇ ਨਹੀਂ, ਕਿਸਾਨ ਤਾਂ ਬਾਹਰ ਬੈਠੇ ਹੈ। ਇਹ ਵੀ ਉਹਨਾਂ ਦੀ ਸਿਆਣਪ ਹੈ ਕਿ ਜੇ ਅਸੀਂ ਅੰਦਰ ਵੜ ਗਏ ਅੰਦਰ ਅਨਾਰਕੀ ਫੈਲ ਜਾਣੀ ਹੈ, ਔਰ ਉਦੋਂ ਫਿਰ ਉਹ ਬਦਨਾਮ ਕਰਨਗੇ ਕਿ ਦੇਖੋ ਇਹ ਕਿਸਾਨਾਂ ਨੇ ਕਰਤਾ, ਉਹਨਾਂ ਨੇ ਬਾਹਰ ਬੈਠੇ ਕਿ ਅਸੀਂ ਬਾਹਰ ਬੈਠੇ ਹਾਂ, ਤੁਹਾਨੂੰ ਮੌਕਾ ਦਿੰਦੇ ਹਾਂ, ਤੁਸੀਂ ਸਾਡਾ ਜਿਹੜਾ ਹੈਗਾ ਸਾਡੀਆਂ ਮੰਗਾਂ ਮੰਨੋ, ਜੇ ਨਾ ਮੰਗਾਂ ਮੰਨੋਗੇ ਤਾਂ ਅਸੀਂ ਅਗਲਾ ਸਟੈਪ ਹੈ ਜਿਹੜਾ ਫੇਰ ਲਵਾਂਗੇ। ਸੋ ਇਸ ਢੰਗ ਨਾਲ ਜਿਹੜਾ ਜਿਵੇਂ ਉਹ ਚੱਲ ਰਹੇ ਹੈ ਔਰ ਜਿਵੇਂ ਸਰਕਾਰ ਪੋਲੀ ਹੋਈ ਵੀ ਹੈ ਕਿ ਨਰਿੰਦਰ ਮੋਦੀ ਜਿਹੜੇ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਿਨ ਹੈ, ਉਹ ਕਹਿੰਦੇ ਜੀ ਸਾਰੇ ਦੇ ਸਾਰੇ ਕਾਨੂੰਨ ਬਦਲ ਦਿੰਦੇ, ਤੇ ਇੱਥੋਂ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਝੁਕੀ ਹੈ। ਲੇਕਿਨ ਹੁਣ ਕਿਸਾਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਹੁਣ ਕੋਈ ਅਸੀਂ ਪਿਛਾਂਹ ਨਹੀਂ ਮੁੜਨਾ, ਕਾਨੂੰਨਾਂ ਦੀ ਵਾਪਸੀ ਦਾ ਅੰਦੋਲਨ ਹੀ ਹੈ ਇਹ। ਜਿੰਨੀ ਦੇਰ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਨਹੀਂ ਮੁੜਾਂਗੇ ਵਾਪਸ। ਪਹਿਲਾਂ ਇਹ ਗੱਲ ਸੀ ਕਿ ਸ਼ਾਇਦ 6 ਮਹੀਨੇ ਬੈਠਣਾ ਪੈ ਜੇ, ਪਰ ਹੁਣ ਉਹ ਕਹਿੰਦੇ 6 ਮਹੀਨੇ ਕੀ ਜਿੰਨਾ ਚਿਰ ਮਰਜ਼ੀ ਹੈ ਬੈਠਣਾ ਪੈ ਜੇ। ਪੰਜਾਬ ਦੇ ਵਿੱਚ ਕਣਕ ਵੀ ਪੈਦਾ ਹੁੰਦੀ ਹੈ, ਸਾਡੇ ਘਰਾਂ 'ਚ ਇੰਨੀ ਕਣਕ ਹੈਗੀ ਕਿ ਸਾਡੇ ਕੋਲੇ ਆਟਾ ਖੋਟਾ ਆ ਜਾਣਾ, ਕੋਈ ਸਮੱਸਿਆ ਨਹੀਂ। ਬਾਕੀ ਜਿਵੇਂ ਭਾਈਚਾਰਾ ਕੌਮਾਂਤਰੀ ਪੱਧਰ ਤੇ ਵੀ ਅਸੀਂ ਦੇਖੀਏ ਕਿਵੇਂ ਭਾਈਚਾਰਾ ਦੇ ਜਾਂਦੇ ਹੈ। ਅਮਰੀਕਾ ਦੇ ਵਿੱਚੋਂ ਸ਼ਾਇਦ ਕੋਈ ਟੁੱਟ ਬ੍ਰਦਰਜ਼ ਦਾ ਕਹਿੰਦੇ ਜੀ 20 ਕੁਇੰਟਲ ਉਹਨਾਂ ਨੇ ਭੇਜ ਦਿੱਤੇ, ਬਦਾਮ ਭੇਜ ਦਿੱਤੇ, ਕੋਈ ਡਰਾਈ ਫਰੂਟ ਭੇਜੀ ਜਾਂਦਾ, ਕੋਈ ਮਠਿਆਈ ਭੇਜੀ ਜਾਂਦਾ, ਕੋਈ ਕੁਛ। ਹਾਲਤ ਇਹ ਬਣੀ ਵੀ ਹੈ, ਮੈਂ ਕਈ ਬਾਬਿਆਂ ਨਾਲ ਗੱਲ ਕਰਕੇ ਦੇਖੀ ਜਿਹੜੇ ਬਾਬੇ ਕਾਫੀ ਲੰਬੇ ਸਮੇਂ ਤੋਂ ਉੱਥੇ ਬੈਠੇ ਵੀ ਘਰੇ ਜਾਣ ਨੂੰ ਜੀ ਨਹੀਂ ਕਰਦਾ, ਉੱਥੇ ਪੋਤਰੀਆਂ ਤੋਂ ਬਗੈਰ ਤੁਸੀਂ ਥੋੜੇ ਜਿਹੇ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹੋਵੋਗੇ। ਉਹ ਕਹਿੰਦੇ ਜੀ ਗੱਲ ਇਹ ਵੀ ਆਹ ਤਾਂ ਤੀਰਥ ਨਹਾਉਣ ਵਾਲੀ ਗੱਲ ਹੋਈ ਵੀ ਹੈ, ਅਸੀਂ ਤਾਂ ਤੀਰਥ ਤੇ ਆਏ ਹਾਂ, ਤੀਰਥ ਯਾਤਰਾ ਸਾਡੀ, ਅਸੀਂ ਨਹੀਂ ਇੱਥੋਂ ਵਾਪਸ ਮੁੜਦੇ। ਕਾਰਨ ਇਹ ਹੈ ਕਿ ਤੁਸੀਂ ਦੇਖੋ ਉੱਥੇ ਹਾਲਤ ਇਹ ਨਹੀਂ ਹੈ ਕਿ ਜਿਵੇਂ ਦਲਵੀਰ ਭਾਜੀ ਨੇ ਇੱਕ ਵਾਰੀ ਕਿਹਾ ਸੀਗਾ ਇੱਥੇ ਇਸੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮ ਨੂੰ ਥੋੜਾ ਜਿਹਾ
ਜਬਤ ਦੇ ਵਿੱਚ ਰਹੋ, ਕੋਈ ਐਸੀ ਵੀ ਐਸੀ ਗੱਲ ਨਾ ਕਰੋ। ਤੇ ਮੈਂ ਬੜੇ ਮਜ਼ਾਕ ਨਾਲ ਇੱਕ ਬਾਬੇ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਇਹ ਦੱਸੋ ਵੀ ਫਿਰ ਪੰਜਾਬ ਦੇ ਵਿੱਚ ਤਾਂ 5 ਰਤਨੀ ਛਕ ਲੈਂਦੇ ਹੋ, ਇੱਥੇ ਕਹਿੰਦੇ ਜੀ ਇੱਥੇ ਵੀ ਮਿਲ ਜਾਂਦੀ ਹੈ। ਮੈਂ ਕਿਹਾ ਜੀ ਮਿਲ ਜਾਂਦੀ ਹੈ ਫਿਰ ਲਾ ਲੂ ਲੈਂਦੇ ਹੋ? ਕਹਿੰਦੇ ਜੀ ਹਾਂ, ਪੰਜਾਬ ਦੇ ਵਿੱਚ ਤਾਂ 250 ਦੀ ਬੋਤਲ ਮਿਲਦੀ ਹੈ ਦੇਸੀ ਦੀ, ਤੇ ਇੱਥੇ ਮਿਲਦੀ ਹੈ ਜੀ 100 ਰੁਪਏ ਦੀ, ਨਾਲ ਕਹਿੰਦੇ ਪਊਆ ਇੱਕ ਮੁਫਤ ਦਿੰਦੇ ਹੈ। ਪੰਜ ਬੰਦੇ ਕਹਿੰਦੇ ਅਸੀਂ 5 ਬੰਦੇ 20-20 ਰੁਪਏ ਪਾ ਕੇ ਕਹਿੰਦੇ ਇੱਕ ਬੋਤਲ ਲੈ ਲੈਂਦੇ ਆ, ਬੁੜੇ ਸਰੀਰ ਹੈ ਤੇ ਆਪਦਾ ਪਊਆ ਲਾ ਕੇ ਸੌਂ ਜਾਂਦੇ ਆ। ਕੋਲੇ ਇੱਕ ਸਿਆਣਾ ਬੰਦਾ ਖੜਾ ਸੀ, ਮੈਂ ਉਹਦੇ ਕਰੀ ਝਾਕ ਕੇ ਥੋੜਾ ਮੁਸਕਰਾਇਆ, ਮੈਂ ਕਿਹਾ ਬਾਬੇ ਕੀ ਕਹਿੰਦੇ ਹੈ? ਉਹਦਾ ਮੈਨੂੰ ਕਹਿੰਦਾ ਤੁਸੀਂ ਸਥਿਤੀਆਂ ਦੇਖੋ, ਹਾਲਾਤ ਦੇਖੋ, ਹਾਲਾਤ ਕੀ ਹੈ। ਪਿੰਡਾਂ ਦੇ ਵਿੱਚ ਇਹ ਲੋਕ ਜਿਹੜੇ ਹੈਗੇ ਨੇ ਥੱਲੇ ਗਦੈਲੇ ਹੁੰਦੇ ਆ, ਜੇ ਬੈੱਡ ਨਾ ਹੁਣ ਗਦੈਲੇ ਹੁੰਦੇ ਆ, ਮੰਜਿਆਂ ਤੇ ਪੈਂਦੇ ਆ, ਬੈੱਡਾਂ ਤੇ ਪੈਂਦੇ ਆ, ਵਧੀਆ ਆਪਦੇ ਆਰਾਮ ਨਾਲ ਜਿਹੜਾ ਘਰ 'ਚ ਪੈਂਦੇ। ਇੱਥੇ ਰੜੇ ਮੈਦਾਨ ਦੇ ਵਿੱਚ ਜਿਹੜੀ ਹੈਗੀ ਹੈ ਪਿੱਠ ਰਗੜਾਉਣੀ ਪੈਂਦੀ ਹੈ ਧਰਤੀ ਤੇ, ਔਰ ਭਾਵੇਂ ਅਸੀਂ ਕਹਿੰਦੇ ਪਰਾਲੀ ਵਗੈਰਾ ਦਾ ਇੰਤਜ਼ਾਮ ਕੀਤਾ ਪਰ ਪਰਾਲੀ ਥੋੜੀ ਪੈ ਗਈ ਹੈ। ਸੋ ਇਹਨਾਂ ਨੂੰ ਰਾਤ ਨੂੰ ਨੀਂਦ ਠੀਕ ਆ ਜੇ, ਕਹਿੰਦੇ ਬਾਬੇ ਇਸ ਕਰਕੇ ਬੈਠੇ। ਇਹੀ ਕਾਰਨ ਹੈ ਕਿ ਜਿਹੜੇ ਲੋਕ ਉੱਥੋਂ ਚਲੇ ਗਏ ਵਾਪਸ ਆਉਣ ਨੂੰ ਕੋਈ ਤਿਆਰ ਨਹੀਂ। ਲੇਕਿਨ ਫਿਰ ਵੀ ਤੁਸੀਂ ਇਹ ਦੇਖੋ ਕਿ ਜਦੋਂ ਹੁਣ ਇਹ ਗੱਲਬਾਤ ਟੁੱਟੀ ਹੈ, ਗੱਲਬਾਤ ਟੁੱਟਣ ਤੋਂ ਬਾਅਦ ਜਿਹੜਾ ਸੱਦਾ ਦਿੱਤਾ ਹੈ ਕਿ ਬਹੀਰਾਂ ਕੱਟ ਦਿਓ, ਤੇ ਬਹੀਰਾਂ ਐ ਕਦਰ ਘਟੀਆਂ ਗਈਆਂ ਕਿ ਮੈਂ ਦਿੱਲੀ ਤੋਂ ਲੈ ਕੇ ਸਾਡੇ ਸ਼ਹਿਰ ਤੱਕ ਜਦੋਂ ਆਇਆ, ਕਿਤੇ ਨਾ ਕਿਤੇ ਹਰ ਅੱਧੇ ਘੰਟੇ 20 ਮਿੰਟਾਂ ਬਾਅਦ ਟਰਾਲੀ ਜਾਂਦੀ ਦਿਸਦੀ ਸੀ ਕਿ ਲੋਕ ਜਾ ਰਹੇ ਹੈ। ਇਸੇ ਤਰੀਕੇ ਦੇਖੀਏ ਤਾਂ ਰਾਜਸਥਾਨ ਦੇ ਵਿੱਚੋਂ ਐਡੇ ਐਡੇ ਕਾਫਲੇ ਤੁਰ ਪਏ ਕਿ ਰਾਜਸਥਾਨ ਦੇ ਕਾਫਲਿਆਂ ਨੇ ਮਤਲਬ ਜਿਹੜਾ ਹੈਗਾ ਤੰਗ ਹੀ ਤੋੜ ਦਿੱਤਾ ਹੈ। ਉਹਨਾਂ ਨੇ ਜਿਹੜੀ ਕਹਿੰਦੇ ਜੈਪੁਰ ਵਾਲੀ ਰੋਡ ਜਾਮ ਕਰ ਦਿੱਤੀ। ਸਾਡਾ ਗੁਆਂਢੀ ਰਾਜ ਹਰਿਆਣਾ ਜਿਹੜਾ ਐਂ ਲੱਗਦਾ ਸੀ ਕਿ ਪੰਜਾਬ ਦੇ ਨਾਲ ਕਮਜ਼ੋਰ ਹੈ, ਉੱਥੋਂ ਦੀਆਂ ਖਾਪ ਪੰਚਾਇਤਾਂ ਨੇ ਜਿਹੜੇ ਫੈਸਲੇ ਕੀਤੇ, ਉਹਨਾਂ ਫੈਸਲਿਆਂ ਦੇ ਮੁਤਾਬਕ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਸਿਆਸਤਦਾਨਾਂ ਦਾ ਪੱਕਾ ਬਾਈਕਾਟ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਨਹੀਂ ਕਰਦੇ। ਤੇ ਸਥਿਤੀ ਇਹ ਬਣ ਗਈ ਹੈ ਉੱਥੇ ਦੀ ਕਿ ਚੌਟਾਲਾ ਪਰਿਵਾਰ ਜਿਹੜੀ ਜਨਹਿਤ ਜਨਤਾ ਪਾਰਟੀ ਬਣਾਈ ਹੈ, ਦੁਸ਼ਯੰਤ ਚੌਟਾਲਾ ਹੋਰਾਂ ਨੇ, ਤੇ ਦੁਸ਼ਯੰਤ ਡਿਪਟੀ ਮੁੱਖ ਮੰਤਰੀ ਬਣੇ, ਉਹਨਾਂ ਦੇ ਜਿਹੜੇ ਹੈਗੇ ਆ 7 MLA ਜਿਹੜੇ ਹੈਗੇ ਹੈ, 7 MLA ਨੇ ਕਹਿ ਦਿੱਤਾ ਜੀ ਸਾਡੀ ਸਤਿ ਸ੍ਰੀ ਅਕਾਲ ਹੈ, ਅਸੀਂ ਕਿਸਾਨਾਂ ਦੇ ਖਿਲਾਫ ਨਹੀਂ ਖੜ ਸਕਦੇ, ਇਸ ਤਾਂ ਕਿਸਾਨਾਂ ਦੇ ਨਾਲ ਖੜੋਤੇ ਹਾਂ। ਦੁਸ਼ਯੰਤ ਚੌਟਾਲਾ ਤੇ ਉਹਦੀ ਮਾਂ ਉਹ 2 ਇਕੱਲੇ ਸਰਕਾਰ ਨਾਲ ਰਹਿ ਗਏ, ਤੇ 7 ਬੰਦੇ ਜਿਹੜੇ 7 MLA ਉਹਨਾਂ ਦੇ ਹੈਗੇ ਆ ਜੀ ਉਹ ਕਿਸਾਨਾਂ ਨਾਲ ਖੜ ਗਏ ਆ ਕੇ। ਇਹੋ ਜਿਹੇ ਹਾਲਾਤ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇਹ ਅੰਦੋਲਨ ਕਿੱਡਾ ਵੱਡਾ ਹੈ। ਤੇ ਹੁਣ ਜਿਹੜੀ ਹੁਣ ਨਵੀਂ ਇਨਫੋਰਮੇਸ਼ਨ ਆਈ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਪੋਲੀ ਹੋਣ ਵਾਲੀ ਤਾਂ ਹੈ ਨਹੀਂ ਛੇਤੀ ਕਿਤੇ, ਪਰ ਕਿਉਂਕਿ ਜ਼ਮੀਨ ਇਸ ਕਦਰ ਖਿਸਕ ਗਈ, ਹਰਿਆਣੇ ਦੀ ਸਰਕਾਰ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਭੁਪਿੰਦਰ ਸਿੰਘ ਹੁੱਡਾ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਹੈ, ਉਹਨਾਂ ਨੇ ਗਵਰਨਰ ਨੂੰ ਮੇਲ ਭੇਜ ਦਿੱਤੀ ਹੈ, ਲਿਖਤੀ ਮੇਲ ਭੇਜ ਕੇ ਗਵਰਨਰ ਤੋਂ ਮੰਗ ਕੀਤੀ ਹੈ ਕਿ ਹਰਿਆਣਾ ਦੀ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਬੁਲਾਇਆ ਜਾਵੇ ਔਰ ਉਹਦੇ ਵਿੱਚ ਜਿਹੜਾ ਹੈਗਾ ਸ਼ਕਤੀ ਪ੍ਰਦਰਸ਼ਨ ਕਰਾਇਆ ਜਾਵੇ। ਸਰਕਾਰ ਨੂੰ ਕਹੋ ਕਿ ਸਰਕਾਰ ਆਪਣਾ ਬਹੁਮਤ ਦਿਖਾਵੇ। ਸਰਕਾਰ ਨੂੰ ਨਾ ਲੋਕਾਂ ਦਾ ਸਮਰਥਨ ਰਿਹਾ ਤੇ ਨਾ ਹੀ ਵਿਧਾਇਕਾਂ ਦਾ ਸਮਰਥਨ ਰਿਹਾ। ਸੋ ਅੱਜ ਜਿਹੜਾ ਹੈਗਾ ਅੱਜ ਤਾਂ ਬੰਦ ਹੈ ਔਰ ਕੱਲ ਨੂੰ ਫੇਰ ਜਿਹੜੀ ਹੈਗੀ ਹੈ ਦੁਬਾਰਾ ਮੀਟਿੰਗ ਹੋਣੀ ਹੈ। ਇਹ ਟਾਈਮ ਮੰਗ ਕੇ ਲਿਆ ਸੀ ਸਰਕਾਰ ਨੇ ਕਿ ਸਾਨੂੰ 2-3 ਦਿਨਾਂ ਦਾ ਟਾਈਮ ਦੇ ਦਿਓ, ਅਸੀਂ ਰਾਏ ਮਸ਼ਵਰਾ ਕਰ ਲਈਏ। ਔਰ ਬੁਖਲਾਹਟ ਤੇ ਘਬਰਾਹਟ ਦੇਖੋ ਤੁਸੀਂ ਸਰਕਾਰ ਦੀ ਕੀ ਹੈ। ਸਰਕਾਰ ਨੇ ਹੁਣ ਆਪਣੇ ਜਿਹੜੇ ਭੌਂਕਣ ਵਾਲੇ ਬੰਦੇ ਹੈ ਉਹਨਾਂ ਦੇ ਲਾ ਦਿੱਤੇ ਆ ਸੰਗਲ ਕਿ ਤੁਸੀਂ ਭੌਂਕੋ। ਕਿਧਰੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਕਿਸਾਨਾਂ ਦੀ ਮੁਖਾਲਫਤ ਕਰ ਰਿਹਾ ਹੈ, ਇਹ ਕਹਿ ਰਿਹਾ ਜੀ ਇਹ ਤਾਂ ਇਹਨਾਂ ਦੇ ਹੱਕ 'ਚ ਹੈ ਕਾਨੂੰਨ। ਉਹ ਜਿਨ੍ਹਾਂ ਦੇ ਹੱਕ 'ਚ ਕਾਨੂੰਨ ਤੁਸੀਂ ਕਹਿੰਦੇ ਹੋ ਬਣਾਉਣੇ, ਉਹ ਕਾਨੂੰਨ ਉਹਨਾਂ ਨੂੰ ਹਾਜ਼ਮ ਨਹੀਂ ਹੁੰਦੇ, ਤੁਹਾਡੇ ਕੀ ਹੈ। ਕਿਧਰੇ ਜਨਰਲ ਬਿਕਰਮ ਸਿੰਘ ਜਿਹੜਾ ਸੀਗਾ ਜੀ ਅਸੀਂ ਤਾਂ ਜਿਹੜਾ ਹੈਗਾ ਇੱਥੇ ਲੈ ਕੇ ਆਉਣਾ ਹੈ ਰਾਮ ਰਾਜ ਲੈ ਕੇ ਆਉਣਾ, ਅੰਨਾ ਹਜ਼ਾਰੇ ਦੇ ਨਾਲ ਝੰਡਾ ਲਹਿਰਾਉਂਦਾ ਹੁੰਦਾ ਸੀ। ਜਿਹੜਾ ਜਨਰਲ ਬਿਕਰਮ ਸਿੰਘ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਤਾਂ ਜੀ ਲੋਕਪਾਲ ਬਣਾਉਣੇ ਹੈ। ਉਹੀ ਜਿਹੇ ਲੋਕ ਜਿਹੜੇ ਹੈਗੇ ਕਿਸਾਨਾਂ ਦੇ ਖਿਲਾਫ ਅਟੈਕ ਕਰ ਰਹੇ ਹੈ। ਕਿਸਾਨਾਂ ਦੇ ਨਾਲ ਅਟੈਕ ਜਿਹੜਾ ਹੁਣ ਇਸ ਵੇਲੇ ਸਭ ਤੋਂ ਵੱਡਾ ਅਟੈਕ ਜਿਹੜਾ ਹੈਗਾ ਕੇਂਦਰ ਦੇ ਵਜ਼ੀਰਾਂ ਦਾ, ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋ ਰਿਹਾ ਹੈ ਕਿ ਇਹਨਾਂ ਨੂੰ ਅਮਰਿੰਦਰ ਸਿੰਘ ਚੱਕਦਾ ਹੈ। ਉਹ ਤੁਸੀਂ ਦੇਖੋ ਸਥਿਤੀ ਦੇਖੋ ਕਿ ਇਹ ਜਿਹੜੀ ਇਸ ਵੇਲੇ ਦੀ ਕਿਸਾਨ ਲੀਡਰਸ਼ਿਪ ਹੈ, ਜਿਹੜੀ ਸਾਡੀ ਬਜ਼ੁਰਗ ਲੀਡਰਸ਼ਿਪ ਹੈ, ਚਾਹੇ ਬਲਵੀਰ ਸਿੰਘ ਰਾਜੇਵਾਲਾ, ਡਾਕਟਰ ਦਰਸ਼ਨਪਾਲ ਹੈ, ਇਹ ਜਿੰਨੇ ਲੀਡਰ ਹੈ ਇਹਨਾਂ ਲੀਡਰਾਂ ਦੀ ਉਮਰ ਜਿਹੜੀ ਹੈਗੀ ਹੈ 70 ਸਾਲਾਂ ਤੋਂ ਉੱਪਰ ਵਾਲੇ ਲੀਡਰ ਹੈ ਜਿਹੜੇ 8-7 ਸਾਨੂੰ ਲੀਡ ਕਰਦੇ ਹੈ। ਬਾਕੀ 80% ਉਹਦੇ ਵਿੱਚ ਪਾਰਟਿਸਪੇਸ਼ਨ ਨੌਜਵਾਨਾਂ ਦੀ ਹੈ ਤੇ ਨੌਜਵਾਨਾਂ ਦੇ ਵਿੱਚੋਂ ਵੀ ਜਿਹੜੀ ਅਸੀਂ ਦੇਖੀ ਜਿਹੜੀ ਪਾਰਟਿਸਪੇਸ਼ਨ ਹੈ ਉਹਦੇ ਵਿੱਚ ਬੜੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਹੈਗੇ। ਜਦੋਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹ ਬੰਦਾ ਉਹਨੇ ਮਾਸਟਰ ਡਿਗਰੀ ਹਾਸਲ ਕੀਤੀ ਹੋਈ ਹੈ ਲਾਅ ਦੀ, ਉਹਨੇ ਅੰਦਰ ਜਾ ਕੇ ਗੱਲ ਕੀਤੀ ਵਜ਼ੀਰਾਂ ਦੇ ਨਾਲ ਤੇ ਅੰਗਰੇਜ਼ੀ ਜਦੋਂ ਨੇ ਫਰਾਟੇਦਾਰ ਅੰਗਰੇਜ਼ੀ ਬੋਲੀ। ਮੈਨੂੰ ਬਾਅਦ ਦੇ ਵਿੱਚ ਇੱਕ ਵਜ਼ੀਰਾਂ ਦੇ ਮਗਰ ਤੁਰੇ ਆਉਣੇ ਸੀ ਤੇ ਇੱਕ ਵਜ਼ੀਰ ਜਿਹੜਾ ਹੈਗਾ पंजाब वाले सारे सोम प्रकाश को पूछता है, कहता अरे भाई पंजाब में इतने पढ़े लिखे लोग आ गए हैं कि अब हम हमारे साथ अंग्रेजी में बात करते हैं। तो याद होना सारे असी वजीर भी केंद्र च बना के भेजे है।
ਉਹ ਵਜ਼ੀਰ ਵੀ ਜਿਹੜੇ ਆ ਵਜ਼ੀਰੀਆਂ ਛੱਡ ਕੇ ਵਾਪਸ ਆ ਗਏ ਸੀ ਕਿ ਸਾਥੋਂ ਦੱਖਣੀ ਭਾਰਤ ਦੇ ਲੋਕ ਜਿਹੜੇ ਅੰਗਰੇਜ਼ੀ ਬੋਲਦੇ ਜਿਹੜੇ ਅਫਸਰ ਆ ਉਹਨਾਂ ਨਾਲ ਕੱਟਿਆ ਨਹੀਂ ਜਾਂਦਾ। ਕੇਂਦਰ ਦਾ ਖੇਤੀਬਾੜੀ ਦਾ ਮਹਿਕਮਾ ਛੱਡ ਕੇ 1978 ਚ ਪ੍ਰਕਾਸ਼ ਸਿੰਘ ਬਾਦਲ ਵਾਪਸ ਪੰਜਾਬ ਆ ਗਏ ਸੀ, ਸੁਰਜੀਤ ਸਿੰਘ ਬਰਨਾਲਾ ਨੂੰ ਭੇਜਿਆ ਸੀ। ਤੇ ਅੱਜ ਵਾਲੀ ਜਿਹੜੀ ਲੀਡਰਸ਼ਿਪ ਆ ਉਹ ਫਰਾਟੇਦਾਰ ਅੰਗਰੇਜ਼ੀ ਬੋਲਦੀ ਹੈ, ਗੱਲ ਤੱਕ ਨਹੀਂ ਉਹਨਾਂ ਨੂੰ ਕਰਨ ਦੀ। ਇਹਦਾ ਸਾਰੇ ਦਾ ਜਿਹੜਾ ਹੈਗਾ ਜੀ ਬੜਾ ਪੋਜ਼ਿਟਿਵ ਅਸਰ ਪੈ ਰਿਹਾ ਹੈ ਤੇ ਉਮੀਦ ਇਹ ਹੈ ਕਿ ਜਿਹੇ ਜਿਹੇ ਝਟਕੇ ਲੱਗ ਰਹੇ ਆ ਮੋਦੀ ਸਰਕਾਰ ਨੂੰ, ਉਹਦੇ ਤੋਂ ਇਹ ਹੈ ਕਿ ਇਹ ਕੱਲ ਸ਼ਾਇਦ ਇਹਦੇ ਚ ਕੋਈ ਚੰਗੀ ਖਬਰ ਨਿਕਲ ਆਵੇ। ਸੁਰਜੀਤ ਕੁਮਾਰ, ਇਹ ਮੈਂ ਨਹੀਂ ਕਹਿ ਰਿਹਾ, ਸੁਰਜੀਤ ਕੁਮਾਰ ਜਿਆਣੀ ਨੇ ਕਿਹਾ, ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਕਿਸਾਨਾਂ ਨਾਲ ਤਾਲਮੇਲ ਕਰਨ ਵਾਸਤੇ, ਉਹਦਾ ਉਹ ਇੰਚਾਰਜ ਹੈ, ਉਹਨੇ ਕਿਹਾ ਵੀ 9 ਤਾਰੀਖ ਨੂੰ ਕਿਸਾਨਾਂ ਦੇ ਲਈ ਇੱਕ ਬਹੁਤ ਵਧੀਆ ਖਬਰ ਹੋਊਗੀ। ਦੇਖਦੇ ਹਾਂ ਉਹ ਖਬਰ ਕਿਹੋ ਜਿਹੀ ਹੁੰਦੀ ਹੈ ਕੱਲ ਨੂੰ ਜੀ। ਬਿਲਕੁਲ ਜੀ। ਇਸ ਪ੍ਰੋਗਰਾਮ ਦੇ ਸਾਨੂੰ ਸਪਾਂਸਰ ਕੀਤਾ ਜੀ ਡਰਾਈਸ਼ਿਪ ਲੌਜਿਸਟਿਕ ਨੇ। ਤੁਸੀਂ ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਐਕਸਪੀਰੀਅੰਸ ਹੈਗਾ ਤੇ ਟਰੱਕ ਚਲਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਅਵਤਾਰ ਸਿੰਘ ਧਾਰੀਵਾਲ ਜਾਂ ਸਰਬਜੀਤ ਸਿੰਘ ਬੈਨੀਪਾਲ ਨੂੰ 647 236 3800 ਤੇ ਜਾਂ 647 890 1627 ਤੇ। ਡਰਾਈਵਰ ਨੂੰ 60 ਸੈਂਟ ਪਰ ਮਾਈਲ ਦਿੱਤੇ ਜਾਣਗੇ। ਜੇ ਤੁਸੀਂ ਓਨਰ ਆਪਰੇਟਰ ਹੋ ਤਾਂ ਤੁਹਾਨੂੰ 97 ਸੈਂਟ ਪਰ ਮਾਈਲ ਦੇ ਸਾਰੇ ਖਰਚੇ ਜਿਹੜੇ ਕੰਪਨੀ ਦੇ ਤੇਲ ਵੀ ਜਿੰਨੇ ਵੀ ਖਰਚੇ ਆ ਸਾਰੇ ਇੰਸ਼ੋਰੈਂਸ ਵੀ ਪਲੇਟਾਂ ਵੀ ਹਰੇਕ ਚੀਜ਼ ਜਿਹੜੀ ਕੰਪਨੀ ਦਾ ਤਾਂ ਤੁਹਾਨੂੰ ਉੱਕੇ ਪੁੱਕੇ 97 ਸੈਂਟ ਪਰ ਮਾਈਲ ਦਿੱਤੇ ਜਾਣਗੇ ਜੀ। ਕਾਲ ਕਰ ਸਕਦੇ ਹੋ ਤੁਸੀਂ ਡਰਾਈਸ਼ਿਪ ਲੌਜਿਸਟਿਕ ਵਾਲਿਆਂ ਨੂੰ ਅਵਤਾਰ ਸਿੰਘ ਧਾਰੀਵਾਲ ਨੂੰ 647 236 3800 ਜਾਂ 647 890 1627 ਤੇ। ਚੱਲਦੇ ਜੀ ਆਪਾਂ ਪਹਿਲੀ ਕਾਲ ਤੇ। ਹਾਂਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਾਹਿਬ ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ ਚੰਦੀ ਸਾਹਿਬ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ। ਹਾਂਜੀ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਡਿਟੇਲ ਨਾਲ ਸਾਰੀ ਦੱਸੀ ਰਿਪੋਰਟ ਦਿੱਤੀ ਉੱਥੇ ਦੀ ਦਿੱਲੀ ਦੀ ਤੇ ਬਾਕੀ ਹਰਿਆਣੇ ਦੇ ਪੰਜਾਬ ਦੇ ਭਾਈਚਾਰੇ ਦੀ ਗੱਲ ਕੀਤੀ। ਬਹੁਤ ਵਧੀਆ ਜੀ, ਬਹੁਤ ਬੜੀ ਡਿਟੇਲ 'ਚ ਰਿਪੋਰਟ ਪਤਾ ਲੱਗਿਆ ਹੁਣ ਕੀ ਹੋ ਰਿਹਾ ਦਿੱਲੀ 'ਚ, ਕਿਸ ਤਰ੍ਹਾਂ ਹੋ ਰਿਹਾ ਤੇ ਜਾਣਕਾਰੀ ਸਾਨੂੰ ਮਿਲੀ। ਤੇ ਬਾਕੀ ਜਿਸ ਤਰ੍ਹਾਂ ਜੀ ਪਹਿਲੇ ਤਾਂ ਲੱਗ ਰਿਹਾ ਸੀ ਜਿਹਦਾ ਵੀ MSP ਤੇ ਗੱਲ ਬਣ ਜਾਏਗੀ, ਫਿਰ ਤਾਂ ਬਾਅਦ 'ਚ ਤਾਂ ਗੱਲ ਉਹ ਖਤਮ ਹੀ ਹੋ ਗਈ। ਹੁਣ ਤਾਂ ਦਿੱਲੀ ਘੇਰ ਲਈ ਹੈ ਕਿਸਾਨਾਂ ਨੇ ਤੇ ਹੁਣ ਜਿਹੜੀ ਕੇਂਦਰੀ ਸਰਕਾਰ ਮੋਡੀਫਿਕੇਸ਼ਨ ਦੇ ਉੱਪਰ ਤਾਂ ਆ ਗਈ ਹੈ ਵੀ ਚਲੋ ਇਹ 'ਚ ਜਿੱਦਾਂ ਤੁਸੀਂ ਦੱਸਿਆ ਢਿੱਲੋਂ ਸਾਹਿਬ ਵੀ ਉੱਥੇ ਮੋਡੀਫਿਕੇਸ਼ਨ ਕਰਨ ਨੂੰ ਤਿਆਰ ਹੈ, ਪਰ ਕਿਸਾਨ ਤਾਂ ਕਹਿੰਦੇ ਵੀ ਬਿੱਲ ਹੀ ਵਾਪਸ ਲਓ। ਤੇ ਹੁਣ ਕੁਝ ਇੱਕ ਸੁਣਨ 'ਚ ਗੱਲ ਆ ਰਹੀ ਹੈ ਕੋਈ ਹਰਿਆਣਾ ਦੀ ਜਿਹੜੀ ਕੁਝ ਯੂਨੀਅਨ ਹੈ ਕਿ ਨਹੀਂ, ਉਹ ਰੈਡੀ ਹੈ ਇਸ ਦੇ ਉੱਪਰ ਮੋਡੀਫਿਕੇਸ਼ਨ ਦੇ ਉੱਪਰ। ਕੋਈ ਹੈ ਖਬਰ ਤੁਹਾਡੇ ਕੋਲ ਇਸ ਬਾਰੇ ਵੀ ਉਹ ਤਿਆਰ ਹੈ ਵੀ ਹਾਂ ਜੇ ਸਰਕਾਰ ਕੋਈ ਚੇਂਜਸ ਕਰ ਦੇਵੇ ਇਹਨਾਂ ਬਿੱਲਾਂ ਦੇ ਵਿੱਚ ਤੇ ਸ਼ਾਇਦ ਉਹਨਾਂ ਨੂੰ ਕੁਝ ਮਨਜ਼ੂਰ ਹੋ ਜੇ, ਕੋਈ ਏਦਾਂ ਦੀ ਗੱਲਬਾਤ ਹੈ? ਤੇ ਦੂਸਰੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਸੀ, ਇਹ ਅਕਾਲੀ ਦਲ ਹੁਣ BJP ਨੂੰ ਛੱਡ ਗਿਆ, ਹੁਣ ਸ਼ਿਵ ਸੈਨਾ ਦੇ ਮਗਰ ਲੱਗ ਰਿਹਾ। ਹੁਣ ਇਹ ਚੰਦੂ ਮਾਜਰਾ ਜੀ ਗਏ ਨੇ ਬੰਬੇ, ਉੱਥੇ ਉਧਵ ਠਾਕਰੇ ਨੂੰ ਮਿਲ ਕੇ ਆਏ ਤੇ ਸ਼ਿਵ ਸੈਨਾ ਨਾਲ ਗੱਠਜੋੜ ਕਰਨ ਦੀ ਗੱਲਾਂ ਕਰ ਰਹੇ ਨੇ। ਇਹ ਤਾਂ ਫਿਰ ਉਹੀ ਗੱਲ, ਇੱਕ ਨਿੰਮ ਸੀ ਦੂਜਾ ਕਰੇਲਾ ਸੀ। ਕੀ ਤੁਹਾਡਾ ਇਸ ਬਾਰੇ ਵਿਚਾਰ ਹੈ? ਥੈਂਕ ਯੂ। ਧੰਨਵਾਦ ਜੀ। ਦੇਖੋ ਬਿਰਗਾ ਸਾਹਿਬ, ਜਿੱਥੋਂ ਤੱਕ ਤਾਂ ਉਹ ਕਿਸਾਨ ਜਥੇਬੰਦੀ ਦਾ ਤੁਸੀਂ ਜ਼ਿਕਰ ਕਰਦੇ ਹੋ, ਕਿਸਾਨ ਜਥੇਬੰਦੀ ਦਾ ਨਾਮ ਹੈ ਪਹਿਲੀ ਵਾਰ ਸੁਣਿਆ, ਇਹ ਤੋਂ ਪਹਿਲਾਂ ਉਹ ਨਾਂ ਹੀ ਨਹੀਂ ਸੀ। ਇਹਦੇ ਤੋਂ ਮੇਰੀ ਜਿਹੜੀ ਸਮਝ ਆ ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਜਦੋਂ ਇਹੋ ਜਿਹਾ ਸੰਕਟ ਵਾਲਾ ਸਮਾਂ ਹੁੰਦਾ ਹੈ ਉਦੋਂ ਕੇਂਦਰ ਦੀ ਸਰਕਾਰ ਜਿਹੜੀਆਂ ਆਪਣੀਆਂ ਸਹਿਯੋਗੀ ਸਰਕਾਰਾਂ ਹੁੰਦੀਆਂ ਜਾਂ ਆਪਦੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਨਾਂ ਦੇ ਰਾਹੀਂ ਨੱਕ ਨਮੂਜ਼ ਰੱਖਣ ਵਾਸਤੇ ਕਹਿ ਦਿੰਦੇ ਆ ਵੀ ਕੋਈ ਨਾ ਕੋਈ ਡੈਪੂਟੇਸ਼ਨ ਲੈ ਕੇ ਆਓ, ਜਿਹੜੇ ਕਹਿਣਗੇ ਤੁਸੀਂ ਚੰਗਾ ਕੰਮ ਕੀਤਾ ਹੈ। ਜਿੱਦਾਂ ਦੇ ਕਾਨੂੰਨ ਬਣੇ ਹੈ ਤੇ ਇਹਨਾਂ ਦਾ ਵਿਰੋਧ ਹੋ ਰਿਹਾ, ਇਹ ਤੋਂ ਪਹਿਲਾਂ ਤਾਂ ਕੋਈ ਕਿਸਾਨ ਜਥੇਬੰਦੀ ਇੱਕ ਵੀ ਨਹੀਂ ਆਈ। ਇਹ ਇੱਕ ਜਿਹੜਾ ਆਪਾਂ ਇਹਨੂੰ ਕਹਾਂਗੇ ਡੈਮੇਜ ਕੰਟਰੋਲ ਹੈ, ਔਰ ਡੈਮੇਜ ਕੰਟਰੋਲ ਦੇ ਵਾਸਤੇ ਜਿਹੜੇ ਆਪਣੇ ਤੱਟ ਪੂੰਜੀਏ ਹੁੰਦੇ ਆ, ਹੱਥ ਟੋਕੇ ਹੁੰਦੇ ਹੈ। ਤੁਹਾਡੇ ਦੇਖਿਆ ਤੁਸੀਂ ਇੱਥੋਂ ਪੰਜਾਬ 'ਚ ਗਏ ਆ, ਪੰਜਾਬ ਦੇ ਵਿੱਚ ਆਮ ਤੌਰ ਤੇ ਆਜ਼ਾਦੀ ਤੋਂ ਪਹਿਲਾਂ ਵੀ ਦੇਖੀ ਤੇ ਬਾਅਦ ਦੇ ਵਿੱਚ ਵੀ ਦੇਖੀ, ਹਰੇਕ ਪਿੰਡ ਦੇ ਵਿੱਚ 5-4 ਬੰਦੇ ਮਿਲ ਜਾਂਦੇ ਆ ਜਿਹੜੇ ਪੁਲਿਸ ਦੇ ਨਾਲ ਵੀ ਸਹਿਯੋਗ ਕਰਦੇ ਆ, ਜਿਹੜੇ ਪ੍ਰਸ਼ਾਸਨ ਨਾਲ ਵੀ ਸਹਿਯੋਗ ਕਰਦੇ ਆ, ਤਹਿਸੀਲਦਾਰਾਂ ਦੇ ਨਾਲ, SDM ਵੀਡੀਓਜ਼ ਵਗੈਰਾ ਦੇ ਨਾਲ ਉਹ ਸਹਿਯੋਗ ਕਰਨ ਵਾਲੇ ਹੁੰਦੇ ਆ। ਉਹ ਹਰੇਕ ਸਰਕਾਰ ਦੇ ਵਿੱਚ ਹੁੰਦੇ ਆ ਤੇ ਉਹਨਾਂ ਨੂੰ ਅਸੀਂ ਸਰਕਾਰੀ ਬੰਦੇ ਕਹਿ ਦਿੰਦੇ। ਇਹ ਸਰਕਾਰੀ ਬੰਦੇ ਕਿਤੇ ਨਾ ਕਿਤੇ ਹਰ ਥਾਂ ਦੇ ਉੱਤੇ ਮਿਲ ਜਾਂਦੇ। ਉਹਨਾਂ ਸਰਕਾਰੀ ਬੰਦਿਆਂ ਨੂੰ ਲਿਜਾ ਕੇ ਇਹ ਦਿਖਾ ਦਿੱਤਾ ਜੀ ਇਹ ਹਰਿਆਣੇ ਦੇ ਕਿਸਾਨ ਆਏ। ਕੋਈ ਬੜੀ ਵੱਡੀ ਉਹਨਾਂ ਦੀ ਸਟਰੈਂਥ ਨਹੀਂ, 5-7 ਬੰਦੇ ਗਏ ਆ, ਕਹਿੰਦੇ ਜੀ ਆ ਗਏ ਤੇ ਉਹਨੂੰ ਪਬਲਿਸਿਟੀ ਜਿਹੜੀ ਗੋਦੀ ਮੀਡੀਆ ਰਾਹੀਂ ਦਿੱਤੀ ਜਾ ਰਹੀ ਹੈ, ਦੇਖੋ ਜੀ ਕਿਸਾਨ ਆ ਗਏ, ਕਿਸਾਨ ਆ ਗਏ। ਰਹੀ ਗੱਲ ਅਕਾਲੀ ਦਲ ਦੀ ਵੀ BJP ਨਾਲ ਤੋੜ ਵਿਛੋੜਾ ਹੋ ਗਿਆ ਤੇ ਇਹਦੇ ਵਾਸਤੇ ਮਤਲਬ ਹੈ ਵੀ ਉਹਨਾਂ ਨੇ ਉਧਵ ਠਾਕਰੇ ਨਾਲ ਵੀ ਮੁਲਾਕਾਤ ਕੀਤੀ ਹੈ। ਉਧਵ ਠਾਕਰੇ ਨਾਲ ਮੁਲਾਕਾਤ ਹੋ ਗਈ ਚੰਦੂ ਮਾਜਰਾ ਸਾਹਿਬ ਦੀ, ਲੇਕਿਨ ਗਿਆ ਹੈ ਉਹ ਬੰਗਾਲ ਦੇ ਵਿੱਚ ਵੀ ਸੀ। ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਦਾ ਕੋਈ ਮਿਲਣਾ ਮੁਨਾਸਿਬ ਨਹੀਂ ਸਮਝਿਆ। ਉਹਨਾਂ ਦੇ 2 MP ਬੈਠੇ ਸੀ ਉਹਨਾਂ ਦੇ ਹੈੱਡਕੁਆਟਰ ਦੇ ਵਿੱਚ ਤੇ ਉਹਨਾਂ ਨਾਲ ਚਾਹ ਪਾਣੀ ਪੀ ਕੇ ਵਾਪਸ ਆ ਗਏ।
ਇਹ ਵੀ ਅਸਲ ਦੇ ਵਿੱਚ ਇਹ ਹੈ ਕਿ ਇਹ ਇਹਨਾਂ ਦਾ ਇਹ ਨਹੀਂ ਕਿ ਕੌਮੀ ਪੱਧਰ ਤੇ ਗੱਠਜੋੜ ਬਣਾ ਰਹੇ, ਜਿਹੜਾ ਅੰਦਰਲਾ ਸੰਕਟ ਹੈ ਅਕਾਲੀ ਦਲ ਦਾ, ਅੰਦਰਲੇ ਸੰਕਟ ਨੂੰ ਕਾਬੂ ਪਾਉਣ ਦਾ, ਉਹਦੇ ਤੇ ਕਾਬੂ ਪਾਉਣ ਦਾ ਇੱਕ ਯਤਨ ਹੈ। ਕਿਉਂਕਿ ਚੰਦੂਮਾਜਰਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਥੋੜੇ ਜਿਹੇ ਟੈਂਡਰ ਗਏ ਸੀ, ਔਰ ਜਿਸ ਕਿਸਮ ਦੀਆਂ ਉਹਨਾਂ ਦੀਆਂ ਸਰਗਰਮੀਆਂ ਤੋਂ ਇਹ ਲੱਗਦਾ ਸੀ ਕਿ ਸ਼ਾਇਦ ਉਹ ਕੋਈ ਹੋਰ ਮਤਲਬ ਹੈਗਾ ਰਾਹ ਅਖਤਿਆਰ ਕਰ ਸਕਦੀ ਹੈ। ਉਹ ਇਹ ਰਾਹ ਅਖਤਿਆਰ ਕਰਨ ਦੇ ਵੀ ਥੋੜਾ ਜਿਹਾ ਸੀ ਉਹਨਾਂ ਦੀ ਮਤਲਬ ਪੋਜੀਸ਼ਨ ਕਿ ਸਾਰੇ ਅਕਾਲੀ ਦਲਾਂ ਨੂੰ ਇਕੱਠੇ ਕਰ ਲਿਆ ਜਾਵੇ ਤੇ ਜਿਹੜੇ ਪਰਿਵਾਰ ਆ ਪਰਿਵਾਰਾਂ ਨੂੰ ਲਾਂਭੇ ਕਰਕੇ ਕੋਈ ਅਲੱਗ ਬੰਦਾ ਪ੍ਰਧਾਨ ਬਣਾ ਲਿਆ ਜਾਵੇ। ਇਹਦੇ ਤੋਂ ਵੀ ਸੁਖਬੀਰ ਸਿੰਘ ਬਾਦਲ ਨੂੰ ਕਾਫੀ ਡਰ ਲੱਗਦਾ ਕਿ ਜੇ ਕਿ ਇਹੋ ਜਿਹੀ ਮੂਵ ਹੋਊਗੀ ਤਾਂ ਫਿਰ ਸਾਡਾ ਕੰਮ ਖਤਮ ਹੋ ਗਿਆ। ਸੋ ਪਹਿਲਾਂ ਤੁਸੀਂ ਦੇਖੋ ਇਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਕੋਰ ਕਮੇਟੀ ਦੀ, ਉਹਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਸੂਬਾ ਜਿਹੜੀਆਂ ਦੂਜੀਆਂ ਰੀਜਨਲ ਪਾਰਟੀਆਂ ਉਹਨਾਂ ਨਾਲ ਤਾਲਮੇਲ ਕਰਾਂਗੇ। ਉਸ ਕਮੇਟੀ ਜਿਹੜੀ ਸਬ ਕਮੇਟੀ ਬਣਾਈ ਸੀ ਉਹਦਾ ਮੁਖੀ ਬਣਾਇਆ ਸੀ ਬਲਵਿੰਦਰ ਸਿੰਘ ਭੂਦੜ ਤੇ ਉਹਦੇ ਵਿੱਚ ਮੈਂਬਰ ਸੀਗੇ ਇੱਕ ਤਾਂ ਨਰੇਸ਼ ਗੁਜਰਾਲ ਤੇ ਦੂਜਾ ਸੀਗਾ ਆਪਣਾ ਮਨਜਿੰਦਰ ਸਿੰਘ ਸਿਰਸਾ। ਮਨਜਿੰਦਰ ਸਿੰਘ ਸਿਰਸਾ ਵੀ ਇਹਦੇ ਚ ਨਾਲ ਹੈ ਨਹੀਂਗਾ ਤੇ ਨਰੇਸ਼ ਗੁਜਰਾਲ ਵੀ ਹੈ ਨਹੀਂਗਾ, ਨਾਲ ਬਲਵਿੰਦਰ ਸਿੰਘ ਭੂਦੜ ਵੀ ਹੈ ਨਹੀਂ। ਇਹ ਚੰਦੂਮਾਜਰਾ ਕਿਉਂ ਪੈਦਾ ਹੋ ਗਿਆ? ਅਸਲ ਦੇ ਵਿੱਚ ਚੰਦੂਮਾਜਰਾ ਨੂੰ ਠੰਡਾ ਕਰਨ ਵਾਸਤੇ, ਸੰਤੁਸ਼ਟ ਕਰਨ ਵਾਸਤੇ ਕਿ ਜੀ ਤੁਹਾਨੂੰ ਬਹੁਤ ਮਾਨਤਾਨ ਹੈ, ਤੁਸੀਂ ਸਾਡੇ ਵੱਡੇ ਲੀਡਰ ਹੈ। ਇਹ ਇੱਕ ਜਿਹੜੀ ਸਟ੍ਰੈਟਜੀ ਬਣਾਈ ਸੀ, ਦਾ ਪੇਚ ਘੜੇ ਹੈ ਸੁਖਬੀਰ ਸਿੰਘ ਬਾਦਲ ਦੀ ਥਿੰਕ ਟੀਮ ਨੇ, ਉਹਦਾ ਨਤੀਜਾ ਚੰਦੂਮਾਜਰਾ ਇਸ ਕੰਮ ਵਾਸਤੇ ਗਿਆ ਸੀ ਉਹਨੂੰ ਵੀ ਕਿਹੜਾ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ, ਤੁਰਿਆ ਫਿਰੂ ਆਪੇ। ਪਹਿਲਾਂ ਵੀ ਆਪਾਂ ਦੇਖਿਆ ਇਸ ਤਰ੍ਹਾਂ ਕਰਦੇ। ਰਾਮੂਵਾਲੀਆ ਨੂੰ ਵੀ ਇਹੀ ਕਿਹਾ ਸੀ ਕਿ ਰਾਮੂਵਾਲੀਆ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰੂਗਾ, ਪਰ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਦਾ ਜਾ ਕੇ ਦਿੱਲੀ ਚ MLC ਬਣ ਗਿਆ, ਆਪਣਾ ਥੋੜਾ ਯੂਪੀ ਚ MLC ਬਣ ਗਿਆ ਸੀ ਔਰ ਉੱਥੇ ਜਾ ਕੇ ਵਜ਼ੀਰ ਬਣ ਗਿਆ। ਇਹ ਇੱਥੇ ਵੀ ਕੀ ਜਾਂਦੇ ਸੀ, ਕੀ ਹੋ ਗਿਆ ਵੀ ਸਾਡਾ ਜਿਹੜਾ ਨੁਮਾਇੰਦਾ ਗਿਆ ਉੱਥੇ ਅਕਾਲੀ ਦਲ ਨੂੰ ਮਜ਼ਬੂਤ ਕਰਦਾ ਸੀ ਤੇ ਉਹ ਸਹੁੰ ਚੁੱਕੀ ਜਾਂਦਾ ਸੀ। ਇਹ ਮਤਲਬ ਇਸ ਕਿਸਮ ਦੀ ਹੁੰਦੀ ਹੈ ਕਿ ਬੰਦਿਆਂ ਨੂੰ ਜਦੋਂ ਥੋੜਾ ਜਿਹਾ ਪਾਸੇ ਕਰਨਾ ਹੁੰਦਾ ਸਟੇਟ ਦੀ ਪੋਲਿਟਿਕਸ ਤੋਂ, ਇਹ ਜਿਹੇ ਤੌਰ ਤਰੀਕੇ ਅਪਣਾ ਲੈਂਦੇ ਆ। ਮੇਰੀ ਸਮਝ ਮੁਤਾਬਕ ਅਜਿਹਾ ਹੀ ਕੋਈ ਇਹਨਾਂ ਦਾ ਦਾ ਹੈ ਜੀ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਹਾਂਜੀ ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਰਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਚਲੋ ਸਾਹਿਬ, ਇੱਕ ਤੁਸੀਂ ਪਿਛਲੀ ਵੀਕ ਇੱਕ ਖਬਰ ਕੀਤੀ ਬਿੱਟੂ ਬਾਰੇ, ਉਹ ਦੇਖ ਲਓ ਜੀ, ਇੱਕ ਤਾਂ ਗਿਰਕਟ ਹਲੇ ਰੰਗ ਚੇਂਜ ਕਰਨੇ ਨੂੰ ਕਾਫੀ ਟਾਈਮ ਲੈਂਦੀ ਹੋਊਗੀ। ਉਹ ਤਾਂ ਕਿੱਦਾਂ ਰੰਗ ਚੇਂਜ ਕਰਦੇ ਆ ਹੁਣ ਕਾਂਗਰਸੀਆਂ ਵੱਲੋਂ, MPਆਂ ਵੱਲੋਂ ਉਹ ਜੰਤਰ ਮੰਤਰ ਤੇ ਉਹਨੇ ਧਰਨਾ ਦਿੱਤਾ, ਉਹਦੇ ਵਿੱਚ ਬਿੱਟੂ ਬੋਲਦਾ ਜੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ, ਕਿਸਾਨਾਂ ਦਾ ਏਦਾਂ। ਹੁਣ ਕੀ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਹੋ ਗਿਆ? ਜੋ ਪਹਿਲਾਂ ਤਾਂ ਕਹਿੰਦੇ ਖਾਲਿਸਤਾਨੀ ਬੱਚੇ ਆ ਗਏ ਜੀ, ਖਾਲਿਸਤਾਨ ਦੇ ਏਦਾਂ ਹੋ ਗਏ ਆ। ਇਹ ਕਿੱਦਾਂ ਕੀ ਸੋਚਦੇ ਜਿਹੜੇ ਪੋਲੀਟੀਕਲ ਲੀਡਰ ਆ ਵੀ ਅੱਜ ਕੱਲ ਲੋਕ ਪਹਿਲਾਂ ਵਾਂਗੂ ਆ, ਜਾਂ ਜਿੱਦਾਂ ਕਹਿ ਲਓ ਪਹਿਲਾਂ ਤਾਂ ਇੰਨੇ ਸਾਧਨ ਨਹੀਂ ਸੀਗੇ ਖਬਰਾਂ ਦੇ, ਜੋ ਕੋਈ ਬੰਦਾ ਬੋਲਦਾ ਯਕੀਨ ਕਰ ਲੈਂਦੇ। ਹੁਣ ਤਾਂ ਸੋਸ਼ਲ ਮੀਡੀਆ ਨੇ ਏਦਾਂ ਦਾ ਟਾਈਮ ਕੀਤਾ ਆ ਵੀ ਜਿਹੜਾ ਬੰਦਾ ਮਰਜ਼ੀ ਜੋ ਗੱਲ ਕਰੇ ਤਾਂ ਮਿੰਟਾਂ 'ਚ ਫੈਲ ਜਾਂਦੀ ਪੂਰੀ ਦੁਨੀਆ ਤੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਵਧੀਆ ਸੁਣਿਆ ਨਹੀਂ। ਧੰਨਵਾਦ ਵੀਰ ਜੀ। ਇਹ ਕਹਿਣ ਵਾਲੀ, ਇਹਦੇ ਚ ਕਹਿਣ ਵਾਲੀ ਕੋਈ ਗੱਲ ਨਹੀਂ। ਤੁਸੀਂ ਇਹ ਦੇਖੋ ਕਿ ਦੋ ਧਿਰਾਂ ਪੰਜਾਬ ਦੇ ਵਿੱਚ, ਇੱਕ ਬੇਅੰਤ ਸਿੰਘ ਦਾ ਪਰਿਵਾਰ ਤੇ ਇੱਕ BJP ਵਾਲੇ। BJP ਦੀ ਜਿਹੜੀ ਫਾਇਰ ਬ੍ਰਾਂਡ ਲੀਡਰ ਹੁੰਦੀ ਸੀ, ਜਿਹੜੀ ਹਮੇਸ਼ਾ ਜਿਹੜੀ ਖਾਲਿਸਤਾਨ ਦੇ ਖਿਲਾਫ ਬੋਲਦੀ ਹੁੰਦੀ ਸੀ ਤੇ ਜਿਹੜੀ ਕਿਸੇ ਹੱਦ ਤੱਕ ਮਤਲਬ ਜੇ ਆਪਾਂ ਕਹਿ ਦਈਏ ਕੱਟੜ ਸਿੱਖਾਂ ਦੇ ਖਿਲਾਫ ਬੋਲਦੀ ਹੁੰਦੀ ਸੀ, ਉਹਦਾ ਨਾਂ ਲక్ష్ਮੀ ਕਾਂਤਾ ਚਾਵਲਾ ਹੈ। ਲక్ష్ਮੀ ਕਾਂਤਾ ਚਾਵਲਾ ਅੱਜ ਕਿੱਥੇ ਖੜ ਗਈ ਆ ਕੇ? ਲక్ష్ਮੀ ਚਾਵਲਾ ਕਹਿੰਦੀ ਹੈ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀ ਨਾ ਕਹੋ, ਤੁਸੀਂ ਪੰਜਾਬ ਦੇ ਇਤਿਹਾਸ ਨੂੰ ਸਮਝੋ, ਤੁਸੀਂ ਪੰਜਾਬ ਦੇ ਇਤਿਹਾਸ ਨੂੰ ਸਮਝੋ, ਪੰਜਾਬ ਦੇ ਵਿਰਸੇ ਨੂੰ ਸਮਝੋ। ਤੁਸੀਂ ਇਹਨਾਂ ਨੂੰ ਖਾਲਿਸਤਾਨੀ ਕਹਿ ਕੇ ਪੁੱਠੇ ਪਾਸੇ ਜਾਓਗੇ ਔਰ ਤੁਹਾਡਾ ਖਾਤਮਾ ਹੋ ਜਾਊਗਾ। ਇਹ ਲక్ష్ਮੀ ਕਾਂਤਾ ਚਾਵਲਾ ਕਹਿੰਦੀ ਹੈ, ਕਿਉਂਕਿ ਇਤਿਹਾਸ ਦੇ ਜਿਹੜੇ ਥਫੇੜੇ ਹੈ ਨਾ, ਉਹ ਬੰਦੇ ਨੂੰ ਸਿੱਖਿਅਤ ਕਰ ਦਿੰਦੇ ਆ, ਉਹ ਬੰਦੇ ਨੂੰ ਐਜੂਕੇਟ ਕਰ ਦਿੰਦੇ ਆ ਕਿ ਜੀ ਨਹੀਂ, ਜਿਹੜਾ ਮੇਰਾ ਪਹਿਲਾ ਸਟੈਂਡ ਸੀ ਉਹ ਗਲਤ ਹੈ। ਕੋਈ ਜ਼ਰੂਰੀ ਨਹੀਂ ਕੋਈ ਬੰਦਾ ਜਿਹੜਾ ਜੰਮਦਿਆ ਸਾਰੀ ਮਤਲਬ ਪੂਰਾ ਇੰਨਾ ਟ੍ਰੇਨ ਹੋਵੇ। ਉੱਥੇ ਤੁਸੀਂ ਪੋਜੀਸ਼ਨ ਕਿੰਨੀ ਬਦਲ ਗਈ ਹੈ ਤੇ ਬਿੱਟੂ ਸਾਹਿਬ ਦੀ ਪੋਜੀਸ਼ਨ ਕਿੰਨੀ ਬਦਲ ਗਈ ਹੈ। ਮੈਂ ਪਿਛਲੀ ਵਾਰੀ ਵੀ ਆਪਣੀ ਗੱਲ 'ਚ ਕਹੀ ਸੀ ਕਿ ਬਿੱਟੂ ਦਾ ਸ਼ਾਇਦ ਜਿਹੜਾ ਹੈਗਾ ਉਹਦਾ ਗੋਲ ਇਹ ਹੈ ਕਿ ਜਿਹੜਾ ਹਿੰਦੂ ਵੋਟ ਬੈਂਕ ਹੈ, ਉਹਦਾ ਹਿੰਦੂ ਵੋਟ ਬੈਂਕ ਇੰਟੈਕਟ ਰਹਿ ਜੇ, ਉਹ ਇਸ ਕੰਮ ਵਾਸਤੇ ਲੱਗਿਆ ਹੋਇਆ ਹੈ। ਪਰ ਉਦੋਂ ਮੈਂ ਨਾਲੇ ਵੀ ਸਵਾਲ ਉਠਾਏ ਸੀ ਕਿ ਦੋ ਲੀਡਰ ਹੈ ਬਿੱਟੂ ਦੇ, ਸ਼ਾਇਦ ਪੰਜਾਬ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਆਪਦਾ ਲੀਡਰ ਨਾ ਮੰਨੇ, ਦਿੱਲੀ ਵਾਲੇ ਰਾਹੁਲ ਗਾਂਧੀ ਨੂੰ ਤਾਂ ਆਪਦਾ ਲੀਡਰ ਮੰਨਦਾ ਹੈ। ਰਾਹੁਲ ਗਾਂਧੀ ਵੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਚੁੱਕਿਆ, ਪੰਜਾਬ ਦੇ ਵਿੱਚੋਂ ਆ ਕੇ ਉਹਨੇ ਮੁੱਦਕੀ ਤੋਂ ਟਰੈਕਟਰ ਯਾਤਰਾ ਕਰਨੀ ਸੀ। ਕੈਪਟਨ ਅਮਰਿੰਦਰ ਸਿੰਘ ਵੀ ਇਹ ਗੱਲ ਕਹਿ ਰਿਹਾ ਹੈ ਕਿ ਜਿਹੜੀ ਹੈਗੀ ਆ ਬੋਲੇ ਸੋ ਨਿਹਾਲ ਖਾਲਿਸਤਾਨ, ਇਹ ਕੋਈ ਤਾਂ ਸਾਡੇ ਇੱਕ ਜਜ਼ਬਾਤੀ ਨਾਰੇ ਹੈ। ਜਿਹੜਾ ਬੋਲੇ ਸੋ ਨਿਹਾਲ ਹੈ ਸਾਡਾ ਜਗਜੂ ਨਾਰਾ, ਜਦੋਂ ਮੈਦਾਨ ਚ ਜਾਂਦੇ, ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਆ, ਚਾਹੇ ਉਹ ਫੌਜਾਂ ਹੋਣ, ਚਾਹੇ ਉਹ
ਰਾਜਨੀਤਿਕ ਲੜਾਕੇ ਹੋਣ ਉੱਥੇ ਜਕਾਰੇ ਛੱਡਦੇ ਹੈ ਜੀ ਤੇ ਖਾਲਿਸਤਾਨ ਜਿੰਦਾਬਾਦ ਵਾਲੀ ਜਿਹੜੀ ਗੱਲ ਹੈ ਤਾਂ ਕੰਸਟੀਟਿਊਸ਼ਨ ਵੀ ਅਲਾਉ ਕਰਦਾ ਸਾਡਾ, ਇਹ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ। ਔਰ ਕਈ ਵਾਰੀ ਜਦੋਂ ਆਪਾਂ ਥੋੜੇ ਜਿਹੇ ਜਜ਼ਬਾਤੀ ਹੋ ਜਾਏ ਉਦੋਂ ਅਸੀਂ ਕਹਿੰਦੇ ਯਾਰ ਸਾਡਾ ਦੇਸ਼ ਛੱਡ ਦੇ ਦਿਓ। ਇਹਨੂੰ ਐਡਾ ਵੱਡਾ ਹਊਆ ਕਿਉਂ ਬਣਾ ਕੇ ਪੇਸ਼ ਕੀਤਾ ਜਾ ਰਿਹਾ? ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ। ਮੈਨੂੰ ਜਾਪਦੀ ਇਹ ਹੈ ਕਿ ਹੁਣ ਇਹਦੀ ਟੂਟੀ ਕਸੀ ਹੋਣੀ ਹੈ, ਸ਼ਾਇਦ ਹਾਈ ਕਮਾਂਡ ਨੇ ਟੂਟੀ ਕਸਤੀ ਹੋਏ ਕਿ ਤੂੰ ਕੀ ਕਰ ਰਿਹਾ। ਇਹੀ ਕਾਰਨ ਹੈ ਕਿ ਕੱਲ ਜਦੋਂ ਜੰਤਰ ਮੰਤਰ ਤੇ ਧਰਨਾ ਬੈਠਾ ਉਦੋਂ ਕਿਸਾਨ ਵਿੱਚ ਹੀ ਗੱਲਾਂ ਕਰਨ ਲੱਗ ਗਿਆ। ਠੀਕ ਹੈ ਤੁਹਾਡੀ ਗੱਲ ਕਿ ਗਿਰਗਿਟ ਦੇ ਰੰਗ ਦੇ ਉੱਤੇ ਜਿਹੜੇ ਲੀਡਰਾਂ ਦੇ ਰੰਗ ਦਾ ਫਰਕ ਹੁੰਦਾ ਹੈ, ਪਰ ਹੁਣ ਲੋਕਾਂ ਨੂੰ ਲੰਬਾ ਸਮਾਂ ਬੁੱਧੂ ਨਹੀਂ ਬਣਾਇਆ ਜਾ ਸਕਦਾ। ਬਹੁਤ ਸਿਆਣੇ ਹੈ ਲੋਕ ਸਭ ਕੁਝ ਸਮਝਦੇ ਹੈ। ਔਰ ਜਦੋਂ ਇਲੈਕਸ਼ਨਾਂ ਦਾ ਟਾਈਮ ਆਊਗਾ ਲੋਕ ਜ਼ਰੂਰ ਜਿਨ੍ਹਾਂ ਬੰਦਿਆਂ ਨੇ ਪੰਜਾਬ ਦੇ ਕਿਸਾਨਾਂ ਨਾਲ ਦਗਾ ਕਰਨ ਦਾ ਯਤਨ ਕੀਤਾ ਉਹਨਾਂ ਨੂੰ ਸਬਕ ਸਿਖਾਉਣਗੇ ਜੀ। ਹਾਂ ਬਿਲਕੁਲ ਜੀ। ਇਸ ਪ੍ਰੋਗਰਾਮ ਦੇ ਇਸ ਨੂੰ ਸਪਾਂਸਰ ਕੀਤਾ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦਾ ਰੈਨੋਵੇਸ਼ਨ ਦਾ ਸਮਾਨ ਲੈਣਾ, ਜੇ ਤੁਸੀਂ ਕੰਟਰੈਕਟਰ ਵੀ ਹੋ ਤਾਂ ਵੀ ਲੈ ਸਕਦੇ ਹੋ ਜੀ। 241 ਕਲੀਅਰੈਂਸ ਸਟੇਟ ਬਰੈਂਪਟਨ ਦੇ ਵਿੱਚ 905 792 0036 ਨੰਬਰ ਜ਼ਰੂਰ ਨੋਟ ਕਰ ਲਿਓ ਜੀ, ਕਿਉਂਕਿ ਉਹਨਾਂ ਦੇ ਕੋਲ ਕੰਟੇਨਰ ਪਹੁੰਚ ਚੁੱਕੇ ਆ ਜੀ ਟਾਈਲਾਂ ਦੇ। ਘਰਾਂ ਦੇ ਵਿੱਚ ਤੁਸੀਂ ਟਾਈਲਾਂ ਲਵਾਉਣੀਆਂ ਬਹੁਤ ਸਸਤੀਆਂ ਸੇਲ ਲਾਈ ਹੈ ਜੀ। 12x24 ਦੀ ਟਾਈਲ ਜਿਹੜੀ 149 ਦੀ ਤੇ 24x24 ਦੀ 179 ਦੀ ਸਕੁਅਰ ਫੁੱਟ ਬਹੁਤ ਸਸਤੀਆਂ ਟਾਈਲਾਂ ਲੱਗੀਆਂ ਜੀ। ਆਮ 4-4 5-5 ਡਾਲਰ ਨੂੰ ਹੁੰਦੀਆਂ। ਕੰਟੇਨਰ ਪਹੁੰਚ ਚੁੱਕੇ ਆ। ਰਾਈਟ ਵੇ ਕਾਲ ਕਰ ਸਕਦੇ ਹੋ ਤੁਸੀਂ ਘਰਾਂ ਦੇ ਵਿੱਚ ਟਾਈਲਾਂ ਲਾਉਣੀਆਂ, ਬੈਕਯਾਰਡਾਂ ਚਲਾਉਣੀਆਂ, ਕਿਤੇ ਵੀ 12x24 ਦੀ ਜਿਹੜੀ ਸਕੁਅਰ ਫੁੱਟ ਦੇ ਹਿਸਾਬ ਨਾਲ 149, 24x24 179 ਬਹੁਤ ਸਸਤੀਆਂ ਟਾਈਲਾਂ ਦੀ ਸੇਲ ਆ ਜੀ। ਕੰਟੇਨਰ ਪਹੁੰਚੇ ਕਾਲ ਕਰ ਸਕਦੇ ਹੋ 905 792 0036 ਤੇ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ। ਢਿੱਲੋਂ ਸਾਹਿਬ ਹਿੰਦੀ ਨੂੰ ਮਾਸੀ ਦਾ ਦਰਜਾ ਦੇਣ ਵਾਲੇ ਸਾਰੀ ਉਮਰ ਜਿਹੜੀ ਪੰਜਾਬ ਦੀ ਖੱਟੀ ਖਾਂਦੇ ਰਹੇ ਵੀ ਪੰਜਾਬੀ ਰਕਾਨੇ ਜਿਹੜਾ ਬੋਲੀ ਦਾ ਮਾਮਲਾ ਗੜਬੜ ਹੈ। ਕਈ ਤਰ੍ਹਾਂ ਦੇ ਜਿਹੜੀ ਕਿ ਉਹਨਾਂ ਨੇ ਫੇਮਸ ਗੀਤ ਗਾਏ ਤੇ ਹੁਣ ਪਿਛਲੇ ਸਾਲ ਤੋਂ 1.5 ਸਾਲ ਤੋਂ ਬੜੇ ਵਿਵਾਦਾਂ ਦੇ ਵਿੱਚ ਆ। ਵੈਨਕੂਵਰ ਦੇ ਵਿੱਚ ਉਹਨਾਂ ਨੇ ਬੱਤੀ ਨੂੰ ਲੈ ਕੇ ਕਾਫੀ ਉਹਨਾਂ ਤੇ ਤਵਾ ਲੱਗਾ ਸੀਗਾ। ਆਪਾਂ ਗੱਲਬਾਤ ਕਰਦੇ ਜੀ ਗੁਰਦਾਸ ਮਾਨ ਦੀ। ਸਿੰਘੂ ਬਾਰਡਰ ਤੇ ਪਹੁੰਚਿਆ ਜੀ, ਤੁਹਾਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਬੜਾ ਔਖਾ ਤਰੀਕਾ ਵੀ ਹੋਇਆ, ਕਹਿੰਦਾ ਮੈਂ ਮਾਫੀ ਵੀ ਮੰਗੀ, ਮੈਨੂੰ ਤੁਸੀਂ ਹਾਲੇ ਤੱਕ ਮਾਫ ਹੀ ਨਹੀਂ ਕਰ ਰਹੇ ਜੀ। ਦੇਖੋ ਮਾਫੀ ਮੰਗਣੀ ਵੱਖਰੀ ਗੱਲ ਹੈ। ਜੇ ਕੋਈ ਸਧਾਰਨ ਬੰਦਾ ਕੋਈ ਗਲਤੀ ਕਰ ਲਵੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਉਹਨੇ ਗਲਤੀ ਕਰ ਲਈ ਜੀ। ਗੁਰਦਾਸ ਮਾਨ ਬਿਨਾਂ ਸ਼ੱਕ ਉਹਨੇ ਬਹੁਤ ਲੰਬਾ ਸਮਾਂ ਪੰਜਾਬੀ ਦਿਲਾਂ ਦੇ ਉੱਤੇ ਰਾਜ ਕੀਤਾ ਹੈ। ਪੰਜਾਬ ਦੇ ਲੋਕਾਂ ਦਾ ਹਰਮਨ ਪਿਆਰਾ ਗਾਇਕ ਰਿਹਾ ਹੈ। ਉਹਦੇ ਬੜੇ ਵਧੀਆ ਗੀਤ ਹੈ, ਕੁੜਗੇ ਕਿਸਮਤ ਪੁੜੀਏ ਇਹ ਗੀਤ ਹੈ ਜਿਹੜਾ ਉਹਦਾ ਬੜਾ ਭਾਵਪੂਰਤ ਗੀਤ ਹੈ। ਇਹਦੇ ਵਿੱਚੋਂ ਬੜੀ ਸਿੱਖਿਆ ਮਿਲਦੀ ਹੈ। ਲੇਕਿਨ ਜਿਵੇਂ ਜਿਵੇਂ ਬੰਦੇ ਦੇ ਕੋਲੇ ਪੈਸਾ ਆਉਂਦਾ ਜਾਂਦਾ ਹੈ ਬੰਦੇ ਦੀ ਮਹਿਮਾ ਬਣਦੀ ਜਾਂਦੀ ਹੈ। ਪੈਸਾ ਅਸੀਂ ਕਾਹਦੇ ਵਾਸਤੇ ਕਮਾਉਣੇ ਆ? ਦੋ ਗੱਲਾਂ ਵਾਸਤੇ ਕਮਾਉਣੇ ਆ ਕਿ ਅਸੀਂ ਐਸ਼ੋ ਇਸ਼ਰਤ ਕਰ ਲਈਏ ਜਾਂ ਸਾਡਾ ਨਾ ਹੋਵੇ। ਗੁਰਦਾਸ ਮਾਨ ਕੋਲੇ ਇੰਨਾ ਕੁ ਪੈਸਾ ਹੈਗਾ ਕਿ ਜਿਵੇਂ ਮਰਜ਼ੀ ਆਪਣੀ ਐਸ਼ੋ ਇਸ਼ਰਤ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਹੈ। ਮਹਿਮਾ ਜਿਹੜੀ ਉਹਦੀ ਬਣ ਗਈ ਹੈ ਦੁਨੀਆ ਦੇ ਵਿੱਚ, ਉਹ ਮੇਰਾ ਖਿਆਲ ਆ ਵੀ ਸਾਰੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਿਆ ਸੀ ਬੰਦਾ। ਐਦੂ ਘੱਟ ਐਡੀ ਮਹਿਮਾ ਕਿਸੇ ਬੰਦੇ ਦੀ ਹੋ ਨਹੀਂ ਸਕਦੀ। ਲੇਕਿਨ ਕਈ ਵਾਰੀ ਇਹ ਹੁੰਦੀ ਹੈ ਜਦੋਂ ਸੱਤਾ ਦਾ ਬੰਦੇ ਨੂੰ ਥੋੜਾ ਜਿਹਾ ਸਵਾਦ ਪੈ ਜੇ ਤੇ ਸੱਤਾ ਧਾਰੀਆਂ ਦੇ ਨੇੜੇ ਆਉਣ ਜਾਣ ਦੀਆਂ ਗੱਲਾਂ ਹੋ ਜਾਣ, ਉਦੋਂ ਆਦਮੀ ਕੁਝ ਗਲਤੀਆਂ ਕਰ ਬੈਂਦਾ ਹੈ। ਨਰਿੰਦਰ ਮੋਦੀ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਤੇ ਜਿਵੇਂ ਉਹ ਦੇਸ਼ ਨੂੰ ਇੱਕ ਨੇਸ਼ਨ ਤੇ ਇੱਕ ਲੈਂਗੁਏਜ ਬਣਾਉਣ ਵਾਲੇ ਪਾਸੇ ਤੁਰਿਆ ਹੈ, ਹਿੰਦੀ ਨੂੰ ਪ੍ਰਮੋਟ ਕਰ ਰਹੇ ਹੈ, ਉਹਦਾ ਸ਼ਿਕਾਰ ਇਹ ਵੀ ਹੋ ਗਿਆ। ਔਰ ਇਹਨੇ ਵੀ ਹਿੰਦੀ ਦੇ ਹੱਕ ਵਿੱਚ ਬੋਲ ਦਿੱਤਾ। ਚਲੋ ਜਿਹੜੇ ਪੰਜਾਬੀ ਪਿਆਰੇ ਉਹਨਾਂ ਦਾ ਫਰਜ਼ ਬਣਦਾ ਕਿ ਉਹਦੇ ਤੇ ਇਤਰਾਜ਼ ਕਰਨ। ਉੱਥੇ ਇਤਰਾਜ਼ ਕੀਤਾ ਵੈਨਕੂਵਰ ਦੇ ਵਿੱਚ ਕਿਸੇ ਸੱਜਣ ਨੇ, ਜੇ ਉਹਨੂੰ ਤਖਤੀ ਦਿਖਾ ਦਿੱਤੀ ਤੇ ਉਹਨੂੰ ਜਿਹੜੀ ਬੱਤੀ ਵਾਲੀ ਗੱਲ ਕਹੀ ਸੀ ਉਹਨੇ, ਇਹ ਤਾਂ ਮੇਰਾ ਖਿਆਲ ਆ ਵੀ ਪਿੰਡਾਂ ਦੇ ਵਿੱਚ ਜਿਹੜੇ ਅਗਿਆਨੀ ਤੋਂ ਅਗਿਆਨੀ ਬੰਦੇ ਆ ਜਿਹੜੇ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਵੀ ਇਸ ਸ਼ਬਦ ਦਾ ਇਸਤੇਮਾਲ ਨਹੀਂ ਕਰਦੇ। ਫਿਰ ਪੰਜਾਬੀ ਦੇ ਮੁਕਾਬਲੇ ਮਾਂ ਬੋਲੀ ਪੰਜਾਬੀ ਨੂੰ ਤਾਂ ਕਹਿੰਦਾ ਫਿਰ ਮਾਸੀ ਵੀ ਹੈਗੀ ਹੈ। ਮਾਸੀ ਮਾਂ ਨਹੀਂ ਬਣ ਸਕਦੀ। ਜੇ ਮਾਸੀ ਮਾਂ ਬਣਦੀ ਹੋਵੇ ਤਾਂ ਆਪਾਂ ਤਾਂ ਬਹੁਤ ਸਾਰੇ ਮਾਮਾ ਨੂੰ ਕੌਣ ਪੁੱਛੇ? ਮਾਮਾ ਜਿਹੜੀਆਂ ਮਾਂ ਜਿਹਨੇ ਮਮਤਾ ਦਿੱਤੀ ਹੈ ਤੁਸੀਂ ਉਹ ਕਿਵੇਂ ਕਰੋਗੇ? ਖੈਰ ਇਹਨੇ ਜੋ ਕੁਛ ਕਰਦਾ ਮੇਰੀ ਜਿਹੜੀ ਮੈਂ ਇਹਦੀ ਤੁਲਨਾ ਕਰਦਾ ਕੰਗਨਾ ਰਣੌਤ ਦੇ ਨਾਲ। ਕੰਗਨਾ ਰਣੌਤ ਦੀ ਸਥਿਤੀ ਵੀ ਉਹੀ ਹੈ ਕਿਉਂਕਿ ਕੰਗਨਾ ਰਣੌਤ ਨੂੰ ਇਹ ਹੋ ਗਿਆ ਕਿ ਜਿਵੇਂ ਕਲਾਕਾਰਾਂ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਨੋਮੀਨੇਟ ਕਰ ਦਿੰਦੇ ਹੈ, ਸ਼ਾਇਦ ਮੇਰਾ ਦਾ ਲੱਗ ਜੇ। ਜਿਸ ਢੰਗ ਦੇ ਨਾਲ ਕੰਗਨਾ ਰਣੌਤ ਨੇ ਜਿਹੜੀ ਹੈ ਬਾਲੀਵੁੱਡ ਦੇ ਵਿੱਚ ਆਪਣੇ ਭਾਈਚਾਰੇ ਨਾਲ ਕਾਟੋ ਕਲੇਸ਼ ਪਾਇਆ, ਜਿਵੇਂ ਉਹਨੇ ਕਿਸਾਨਾਂ ਨੂੰ ਹੁਣ ਡੀਫੇਮ ਕਰਨ ਵਾਸਤੇ ਲੱਗੀ ਹੋਈ ਹੈ, ਬਿਲਕੁਲ ਉਹੀ ਤੌਰ ਤਰੀਕਾ ਇਹਨੇ ਅਪਣਾਇਆ ਸੀ। ਪਰ ਜਿਹੜੀ ਹੈ ਨਾ ਫਿਰ ਹੇਰਵਾ ਵੀ ਮਾਰਦਾ ਹੁੰਦਾ ਹੈ। ਹੁਣ ਜਦੋਂ ਐਡੇ ਵੱਡੇ ਇਕੱਠ ਹੋਣ ਲੱਗ ਗਏ, ਉਹਨਾਂ ਇਕੱਠਾਂ ਦੇ ਵਿੱਚ ਨਾਮੀ ਗ੍ਰਾਮੀ ਕਲਾਕਾਰ ਪਹੁੰਚਣ ਲੱਗ ਗਏ ਔਰ ਦਲਜੀਤ ਵਰਗਾ ਕਲਾਕਾਰ ਜਿਸ ਬੰਦੇ ਨੇ ਕੋਈ ਪਬਲਿਸਿਟੀ ਨਹੀਂ ਕੀਤੀ,
ਉਹਨੇ ਜਾ ਕੇ ਉੱਥੇ ਪੇਸ਼ਕਸ਼ ਕੀਤੀ। ਦਲਜੀਤ ਦੋਸਾਂਝ ਨੇ, ਉਹ ਗਾਇਕ ਵੀ ਹੈ, ਕਲਾਕਾਰ ਵੀ ਹੈ, ਉਹਨੇ ਜਾ ਕੇ ਕਿਹਾ ਜੀ ਆਹ ਲਓ ਮੇਰੇ ਕੋਲ ਤਿਲ ਫੁੱਲ ਲੈ ਲਓ ਜਿਹੜੇ ਸਾਡੇ ਲੋਕ ਸ਼ਹੀਦ ਹੋਏ ਹੈ ਇਸ ਮੋਰਚੇ ਦੇ, ਉਹਨਾਂ ਨੂੰ ਆਹ ਲਓ ਜੀ 20 ਲੱਖ ਰੁਪਈਆ ਦੇ ਦਿਓ। ਚੈੱਕ ਦਿੱਤਾ ਤਾਂ ਪ੍ਰਬੰਧਕਾਂ ਨੇ ਕਹਿਤਾ ਨਹੀਂ ਸਾਨੂੰ ਪੈਸੇ ਦੀ ਲੋੜ ਨਹੀਂ, ਪੈਸਾ ਤੁਸੀਂ ਆਪਣੇ ਕੋਲੇ ਰੱਖੋ, ਅਸੀਂ ਤੁਹਾਨੂੰ ਲਿਸਟ ਦੇ ਦਿੰਦੇ ਹਾਂ ਤੇ ਜਿਹੜੇ ਸਾਡੇ ਭੈਣ ਭਰਾ ਸ਼ਹੀਦ ਹੋਏ ਹੈ ਉਹਨਾਂ ਦੇ ਘਰਾਂ 'ਚ ਜਾ ਕੇ ਦੇ ਕੇ ਆਓ। ਉਸ ਤੋਂ ਬਾਅਦ ਉਸ ਬੰਦੇ ਨੇ 1 ਕਰੋੜ ਰੁਪਈਆ ਜਿਹੜੇ ਅੰਦੋਲਨਕਾਰੀ ਉੱਥੇ ਬੈਠੇ, ਕਿ ਜਿਹੜੇ ਬਜ਼ੁਰਗ ਬੈਠੇ ਆ, ਬੀਬੀਆਂ ਬੈਠੀਆਂ, ਠੰਡ ਦਾ ਮੌਸਮ ਹੈ, ਇਹ ਦਸੰਬਰ ਦਾ ਮਹੀਨਾ ਜਿਹੜਾ ਹੈਗਾ, ਦਸੰਬਰ ਦੇ ਮਹੀਨੇ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਮੁਕਾਮ ਹੈ। ਇਹ ਉਹ ਦਸੰਬਰ ਦਾ ਮਹੀਨਾ ਜਿਸ ਦਸੰਬਰ ਦੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀ, ਜਿਹਦੇ ਵਿੱਚ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋਏ ਸੀ। ਜਿਸ ਦਸੰਬਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ, ਮਾਤਾ ਜੀ ਜਿਹੜੇ ਹੈਗੇ ਹੈ ਉਹ ਸ਼ਹੀਦ ਹੋਏ ਸੀ। ਇਸ ਕਰਕੇ ਦਸੰਬਰ ਦੀ ਠੰਡ ਨੂੰ ਲੋਕ ਜਾਣਦੇ ਹੈ। ਤੇ ਦਲਜੀਤ ਹੋਰੀ ਜਦੋਂ 1 ਕਰੋੜ ਰੁਪਈਆ ਉੱਥੇ ਦਿੰਦੇ ਆ, ਜਾਂ ਕਿ 1 ਕਰੋੜ ਰੁਪਈਆ ਉਹਨਾਂ ਬਜ਼ੁਰਗਾਂ ਵਾਸਤੇ, ਮਾਈਆਂ ਭਾਈਆਂ ਵਾਸਤੇ ਦਿੰਦੇ ਆ ਕਿ ਇਹਨਾਂ ਨੂੰ ਕੱਪੜੇ ਵਗੈਰਾ ਤੁਸੀਂ ਲੈ ਦਿਓ, ਤੁਸੀਂ ਆਪਣੇ ਪੱਧਰ ਤੇ ਗੱਲ ਕਰੋ। ਔਰ ਕਿਤੇ ਕੋਈ ਉਹਨੇ ਬਿਆਨ ਨਹੀਂ ਦਿੱਤਾ, ਕੋਈ ਟਵੀਟ ਨਹੀਂ ਕੀਤਾ, ਕੋਈ ਉਹਨੇ ਮਤਲਬ ਆਪਣੀ ਜਿਹੜੀ ਆ ਉਹ ਪਬਲਿਸਿਟੀ ਵਾਲੀ ਗੱਲ ਨਹੀਂ ਕੀਤੀ, ਤੇ ਗੱਲਾਂ 'ਚ ਗੱਲ ਨਿਕਲ ਆਈ ਬਾਹਰ ਤੇ ਆਪਾਂ ਇੰਨੀਆਂ ਗੱਲਾਂ ਕਰ ਲਾਂਗੇ। ਹੁਣ ਫਿਰ ਜਿਹੜਾ ਹੇਰਵਾ ਬੰਦੇ ਨੂੰ ਤੰਗ ਕਰਦਾ, ਤਾਂ ਫਿਰ ਗੁਰਦਾਸ ਮਾਨ ਨੂੰ ਵੀ ਭਾਈਚਾਰੇ ਦਾ ਹੇਰਵਾ ਜਾਗਿਆ। ਉਹ ਗਿਆ, ਕਿਸਾਨੀ ਰੂਪ ਦੇ ਵਿੱਚ ਗਿਆ, ਸਿਰ ਦੇ ਉੱਤੇ ਬੰਨਿਆ ਹੋਇਆ ਸੀਗਾ ਡੱਬੀਆਂ ਵਾਲਾ ਪਟਕਾ, ਬਹਿ ਗਿਆ, ਲੋਕਾਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਪਰ ਪ੍ਰਬੰਧਕ ਬੜੇ ਸਿਆਣੇ ਹੈ, ਪ੍ਰਬੰਧਕਾਂ ਨੇ ਬੋਲਿਆ ਕਿ ਜੇ ਇਹਨੂੰ ਆਪਾਂ ਬੋਲਣ ਵਾਸਤੇ ਇਹਦਾ ਨਾਂ ਬੋਲਤਾ, ਕਿਤੇ ਇਹ ਨਾ ਹੋ ਜੇ ਲੋਕ ਹੂਟਿੰਗ ਕਰ ਦੇਣ। ਇਹੀ ਕਾਰਨ ਸੀ ਕਿ ਪ੍ਰਬੰਧਕਾਂ ਨੇ ਸਟੇਜ ਤੋਂ ਅਨਾਉਂਸ ਕੀਤਾ ਕਿ ਸਾਡੇ ਕੋਲ ਗੁਰਦਾਸ ਮਾਨ ਸੈਲੀਬ੍ਰਿਟੀ ਆਇਆ ਹੋਇਆ ਹੈ, ਕਿ ਇਹਨੂੰ ਬੋਲਣ ਦੀ ਇਜਾਜ਼ਤ ਦੇ ਦਿੱਤੀ ਜਾਵੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮਾਂ ਬੋਲੀ ਪੰਜਾਬੀ ਦੇ ਪਿਆਰੇ ਬਰਦਾਸ਼ਤ ਨਹੀਂ ਕਰਨਗੇ। ਤੇ ਲੋਕਾਂ ਨੇ ਕਹਿੰਦਾ ਬਿਲਕੁਲ ਨਹੀਂ, ਇਸ ਬੰਦੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਦੇਣੀ। ਉਹਨਾਂ ਨੇ ਜਦੋਂ ਇਗਨੋਰ ਕਰਤਾ ਤਾਂ ਫਿਰ ਜਿਹੜਾ ਚੁੱਪ ਕਰਕੇ ਗੁਰਦਾਸ ਮਾਨ ਜਿਹੜਾ ਹੈਗਾ ਪਹਿਲਾਂ ਉੱਠ ਪਿਆ ਸੀ, ਫਿਰ ਉਹ ਬਹਿ ਗਿਆ, ਔਰ ਬੈਠਣ ਤੋਂ ਬਾਅਦ ਚੁੱਪ ਕਰਕੇ ਫਿਰ ਜਿਹੜਾ ਹੈਗਾ ਚਲਾ ਗਿਆ। ਬਾਅਦ ਦੇ ਵਿੱਚ ਉਹਨੇ ਕਿਹਾ ਜੀ ਮੈਂ ਮਾਫੀ ਵੀ ਮੰਗੀ ਹੈ, ਜੀ ਮੈਂ ਫਲਾਣਾ ਵੀ ਕੀਤਾ, ਮੈਂ ਧਮਕਾ ਵੀ ਕੀਤਾ ਵਗੈਰਾ ਵਗੈਰਾ। ਪਰ ਉਹ ਹੈ ਕਿ ਬਹਿ ਪਾਣੀ ਮਲਤਾਨ ਗਏ, ਜਿਹੜੀ ਇੱਕ ਵਾਰੀ ਬੰਦਾ ਗਲਤੀ ਕਰ ਪੈਂਦਾ ਹੈ ਉਹਦਾ ਖਮਿਆਜਾ ਦਾ ਭੁਗਤਣਾ ਪੈਣਾ। ਤਾਂ ਗੱਲ ਦੇ ਵਿੱਚ ਪੱਲੂ ਪਾ ਕੇ ਜੇ ਮਾਫੀ ਮੰਗੂਗਾ ਸਾਰੇ ਭਾਈਚਾਰੇ ਤੋਂ, ਮਾਫੀ ਫੇਰ ਹੁੰਦੀ ਹੈ। ਮਾਫੀ ਇਹ ਨਹੀਂ ਕਿ ਤੁਸੀਂ ਲੱਸੀ ਨੂੰ ਵੀ ਜਾਓ ਤੇ ਕੁਝ ਵੀ ਲੁਕੋ ਜੀ। ਹਾਂ ਬਿਲਕੁਲ, ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਤੇ ਇੰਨਾ ਵਿਰੋਧ ਜ਼ਿਆਦਾ ਵੱਧ ਗਿਆ ਜੀ, ਸਾਰੇ ਜਿੰਨੇ ਇੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਿਹੜਾ ਆਉਣਾ ਪਿਆ ਜੀ, ਕਹਿੰਦਾ ਮੈਂ ਵੀ ਸ਼ਾਇਦ ਮਾੜਾ ਮੋਟਾ ਚੀਜ਼ ਨੂੰ ਲਹੂ ਲਾ ਲਾਂ ਤੇ ਸ਼ਾਇਦ ਸ਼ਹੀਦੀ ਦੇ ਵਿੱਚ ਆ ਜਾ। ਉਸ ਤੋਂ ਬਾਅਦ ਜਿਹੜਾ ਦੂਸਰਾ ਜਿਹੜਾ ਲੀਡਰ ਸੀਗਾ ਢੀਂਡਸਾ ਸਾਹਿਬ, ਉਹ ਵੀ ਆ ਗਿਆ ਜੀ। ਤੇ ਹੁਣ ਜਿੰਨੇ ਅਵਾਰਡ ਵਾਪਸ ਕਰਨ ਜਾ ਰਹੇ ਆ, ਪੰਜਾਬ ਦੇ ਖਿਡਾਰੀ ਵੀ ਜਾ ਰਹੇ ਆ ਤੇ ਸਾਬਕਾ ਖਿਡਾਰੀ ਜਿਹੜੇ ਵੀ ਜਾ ਰਹੇ ਆ, ਤਾਂ ਉਹਨਾਂ ਨੂੰ ਦਿੱਲੀ ਪੁਲਿਸ ਨੇ ਰਸਤੇ ਦੇ ਵਿੱਚ ਹੀ ਰੋਕ ਲਿਆ ਜੀ। ਬਿਲਕੁਲ ਜੀ, ਦਿੱਲੀ ਪੁਲਿਸ ਕੱਲ ਅਸਲ ਦੇ ਵਿੱਚ ਇਹ ਪੰਜਾਬ ਦੇ ਖਿਡਾਰੀ ਹੈ, ਜਿਹੜੇ 10 ਖਿਡਾਰੀ ਪੰਜਾਬ ਦੇ ਸੀ, ਜਿਨ੍ਹਾਂ ਦੇ ਵਿੱਚ ਬੜੇ ਵੱਡੇ ਨਾਂ ਹੈ। ਪਦਮ ਸ਼੍ਰੀ ਕਰਤਾਰ ਸਿੰਘ, ਪਹਿਲਵਾਨ ਕਰਤਾਰ ਸਿੰਘ, ਔਰ ਗੋਲਡਨ ਗਰਲ ਰਾਜਵੀਰ, ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰੈਸ ਕਲੱਬ ਹੈ ਜਿਹੜਾ ਦਿੱਲੀ ਦੇ ਪ੍ਰੈਸ ਕਲੱਬ ਦੇ ਵਿੱਚ ਉਹ ਇਕੱਠੇ ਹੋਏ ਸੀ। ਉੱਥੋਂ ਉਹਨਾਂ ਨੇ ਜਾਣਾ ਸੀਗਾ ਰਾਸ਼ਟਰਪਤੀ ਸਾਹਿਬ ਨੂੰ ਆਪਣੇ ਮੈਡਲ ਵਾਪਸ ਕਰਨ ਵਾਸਤੇ। ਰਾਸ਼ਟਰਪਤੀ ਸਾਹਿਬ ਤੋਂ ਟਾਈਮ ਮੰਗਿਆ ਸੀ, ਪਰ ਟਾਈਮ ਉਹਨਾਂ ਨੇ ਨਹੀਂ ਸੀ ਦਿੱਤਾ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਜਦੋਂ ਉਹ ਜਾਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਰੋਕਤਾ ਕਿ ਜੀ ਨਹੀਂ, ਤੁਸੀਂ ਨਹੀਂ ਜਾਓਗੇ। ਉਹ ਉੱਥੇ ਬੈਠ ਕੇ ਧਰਨਾ ਲਾਤਾ ਤੇ ਫਿਰ ਉਹਨਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ, ਅਸੀਂ ਤਾਂ ਅਮਨਪੂਰਵਕ ਲੋਕ ਹਾਂ, ਅਜੇ ਟਾਈਮ ਹੈਗਾ, 9 ਤਾਰੀਖ ਨੂੰ ਮੀਟਿੰਗ ਹੋਣੀ ਹੈ। ਜੇ ਤਾਂ 9 ਤਾਰੀਖ ਤੱਕ ਇਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਠੀਕ ਹੈ, ਨਹੀਂ ਤਾਂ ਫਿਰ ਜਿਹੜਾ ਵੀ ਰੂਪ ਹੋਇਆ ਸੀ ਆਪਣੇ ਮੈਡਲ ਅਸੀਂ ਨਹੀਂ ਆਪਣੇ ਕੋਲੇ ਰੱਖਣੇ। ਔਰ ਉਹਨਾਂ ਨੇ ਗੱਲ ਕਹੀ ਹੈ ਕਿ ਜਦੋਂ ਅਸੀਂ ਖੇਡਦੇ ਹੁੰਦੇ ਸੀ, ਜਿਹੜੀਆਂ ਸਾਡੇ ਹੱਕ 'ਚ ਕਲਕਾਰੀਆਂ ਵੱਜਦੀਆਂ ਸੀ, ਜਿਹੜੇ ਲੋਕ ਤਾੜੀਆਂ ਮਾਰਦੇ ਸੀ, ਥਾਪੀਆਂ ਦਿੰਦੇ ਸੀ ਸਾਨੂੰ ਕਿ ਵਾਹ ਵਾਹ, ਉਹ ਸਾਡੀ ਸ਼ਕਤੀ ਹੈ, ਉਹ ਸਾਡੀ ਊਰਜਾ ਹੈ। ਔਰ ਜਦੋਂ ਵੀ ਜੇ ਸਾਨੂੰ ਪੰਜਾਬ ਦੀ ਧਰਤੀ ਤੋਂ, ਧਰਤੀ ਮਾਂ ਤੋਂ ਦੁੱਧ ਨਾ ਮਿਲਦਾ, ਘਿਓ ਨਾ ਮਿਲਦਾ, ਸਾਨੂੰ ਜਿਹੜੀ ਹੈਗੀ ਖੁਰਾਕ ਨਾ ਮਿਲਦੀ, ਤਾਂ ਉਹ ਅਸੀਂ ਐਡੇ ਪਹਿਲਵਾਨ ਕਿਵੇਂ ਬਣਦੇ, ਐਡੇ ਖਿਡਾਰੀ ਕਿਵੇਂ ਬਣਦੇ, ਇਹਦੇ ਵਿੱਚ ਕਿਸਾਨਾਂ ਦਾ ਯੋਗਦਾਨ ਹੈ। ਸੋ ਉਹਨਾਂ ਨੇ ਕਿਹਾ ਜੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਜਿੰਨੀਆਂ ਮਰਜ਼ੀ ਸਾਡੇ ਰਾਹ 'ਚ ਮੁਸ਼ਕਲਾਂ ਪੈਦਾ ਕਰ ਦੇਣ, ਅਸੀਂ ਇਹਨਾਂ ਮੁਸ਼ਕਲਾਂ ਨੂੰ ਕੱਖ ਨਹੀਂ ਜਾਣਦੇ, ਅਸੀਂ ਇਹਨਾਂ ਮੁਸ਼ਕਲਾਂ ਨੂੰ ਪਾਰ ਕਰਾਂਗੇ ਔਰ ਕਰਕੇ ਰਵਾਂਗੇ ਜੀ। ਹਾਂ ਬਿਲਕੁਲ ਜੀ, ਆਪਾਂ ਚੱਲਦੇ ਹਾਂ ਜਿਹੜੀ ਲਾਸਟ ਖਬਰ ਤੇ ਆ ਜੀ। ਗਿਰਗਿਟ ਵਾਂਗੂ ਰੰਗ ਬਦਲ ਜਾਂਦੇ, ਮੌਕੇ ਦੀ ਨਿਜਾਤ ਨੂੰ ਪਛਾਣ ਲੈਂਦੇ ਜੀ। ਅਰਵਿੰਦ ਕੇਜਰੀਵਾਲ ਕਹਿੰਦੇ ਕਿਸਾਨਾਂ ਨੂੰ ਮਿਲਣ ਲਈ ਜਿਹੜੇ ਸਿੰਘੂ ਬਾਰਡਰ ਤੇ ਪਹੁੰਚ ਗਏ, ਕਹਿੰਦੇ ਮੈਂ ਵੀ ਕਿਸਾਨ ਹੀ ਹਾਂ, ਮੈਂ ਲੀਡਰ ਬਣ ਕੇ ਨਹੀਂ ਆਇਆ ਤੁਹਾਨੂੰ ਮਿਲਣ। ਹਾਂਜੀ, ਕੱਲ ਲੀਡਰ ਬਣ ਕੇ ਵੀ ਨਹੀਂ ਆਇਆ, ਕਿਸਾਨ ਬਣ ਕੇ ਵੀ ਨਹੀਂ ਗਿਆ। ਇੱਕ ਨਵਾਂ ਸ਼ਬਦ ਕੱਢ ਲਿਆ, ਕਹਿੰਦਾ ਸੇਵਾਦਾਰ ਬਣ ਕੇ ਆਇਆ। ਮੈਂ ਕਹਿੰਦਾ ਤੁਹਾਡੀ ਸੇਵਾ ਕਰਨ ਵਾਸਤੇ ਆਇਆ,
ਬੋਲਣ ਵਾਲੀ ਤਾਂ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਕਿ ਬੋਲਣ ਦੀ ਇਜਾਜ਼ਤ ਕਿਸਾਨ ਕਿਸੇ ਵੀ ਸਿਆਸਤਦਾਨ ਨੂੰ ਨਹੀਂ ਦਿੰਦੇ। ਅਰਵਿੰਦ ਕੇਜਰੀਵਾਲ ਨਾਲ ਆਪਣੇ ਵਿਧਾਇਕਾਂ ਨੂੰ ਲੈ ਕੇ ਗਿਆ, ਆਪਣੇ ਵਜ਼ੀਰਾਂ ਨੂੰ ਲੈ ਕੇ ਗਿਆ, ਕਹਿੰਦਾ ਜੀ ਮੈਂ ਪ੍ਰਬੰਧਾਂ ਦੀ ਦੇਖ ਰੇਖ ਕਰਨ ਵਾਸਤੇ ਆਇਆ। ਜਿਹੜੇ ਪ੍ਰਬੰਧ ਕਹਿੰਦੇ ਸਾਨੂੰ ਕਰਨ ਵਾਸਤੇ ਇੱਥੇ ਕਿਹਾ ਸੀ, ਅਸੀਂ ਉਹ ਆਪਣੇ ਆਪ ਪ੍ਰਬੰਧ ਕਰ ਦਿੱਤੇ ਆ ਸਾਰੇ। ਕੀ ਇਹ ਪ੍ਰਬੰਧ ਠੀਕ ਹੈ ਨਹੀਂ ਠੀਕ, ਉਹ ਵੀ ਅਸੀਂ ਦੇਖਣ ਵਾਸਤੇ ਆਏ ਹਾਂ। ਅਗਲੀ ਗੱਲ ਉਹ ਕਹਿੰਦਾ ਜੀ ਮੇਰੀ ਹਮਾਇਤ ਹੈ ਪੂਰੀ, ਅੱਜ ਦੇ ਬੰਦ ਨੂੰ ਵੀ ਉਹਨੇ ਹਮਾਇਤ ਦੇ ਦਿੱਤੀ ਹੈ। ਇਹਦਾ ਕਾਰਨ ਜੇ ਆਪਾਂ ਦੇਖੀਏ ਤਾਂ ਤੁਹਾਡੇ ਧਿਆਨ ਚ ਹੋਣਾ ਜੀ, ਪਹਿਲਾਂ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਜਿਹੜੇ ਕੇਂਦਰੀ ਕਾਨੂੰਨਾਂ ਦੇ ਖਿਲਾਫ ਰੈਜੂਲੇਸ਼ਨ ਪਾਸ ਹੋਇਆ ਤੇ ਬਦਲਵੇਂ ਕਾਨੂੰਨ ਪੇਸ਼ ਕੀਤੇ ਗਏ ਸੀ, ਉਦੋਂ ਆਮ ਆਦਮੀ ਪਾਰਟੀ ਨਾਲ ਸੀ। ਰਾਜ ਭਵਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਗਈ ਹੈ। ਪ੍ਰੈਸ ਕਾਨਫਰੰਸ ਜਿਹੜੀ ਹੋਈ ਹੈ ਉਹਦੇ ਵਿੱਚ ਚੀਮਾ ਸਾਹਿਬ ਨੇ ਕਿਹਾ ਜੀ ਅਸੀਂ ਜਾਵਾਂਗੇ ਰਾਸ਼ਟਰਪਤੀ ਨੂੰ ਮਿਲਣ ਵਾਸਤੇ, ਪਰ 1 ਘੰਟੇ ਦੇ ਵਿੱਚ ਹੀ ਗਿਰਗਿਟ ਵਾਂਗੂ ਰੰਗ ਫੇਰ ਬਦਲ ਲਿਆ। ਕਹਿੰਦੇ ਜੀ ਨਹੀਂ, ਉਦੋਂ ਸਮਝ ਆ ਗਈ ਸੀ ਕਿ ਉਹਨਾਂ ਨੇ ਨਹੀਂ ਰੰਗ ਬਦਲਿਆ, ਅਸਲ ਦੇ ਵਿੱਚ ਇਹ ਦਿੱਲੀ ਵਾਲਿਆਂ ਨੇ ਕਹਿ ਕੇ ਬਦਲਵਾਇਆ। ਪਰ ਭਗਵੰਤ ਮਾਨ ਉਹਨਾਂ ਦੇ ਕੋਲੇ ਇੱਕ ਇਹੋ ਜਿਹਾ ਮਤਲਬ ਹੈਗਾ ਸਪੋਕਸ ਪਰਸਨ, ਉਹਨੇ ਆ ਕੇ ਸਾਰੇ ਦਾ ਸਾਰਾ ਹੀ ਉਲਟਾ ਸਿੱਧਾ ਕਰ ਦਿੱਤਾ। ਤੇ ਉਦੋਂ ਆਵਾਜ਼ਾਂ ਉੱਠੀਆਂ ਸੀ ਪੰਜਾਬ ਦੇ ਵਿੱਚੋਂ ਵੀ, ਲੈ ਭਾਈ ਜੇ ਪੰਜਾਬ ਦੀ ਅਸੈਂਬਲੀ ਤੋਂ ਕਾਨੂੰਨ ਜਿਹੜਾ ਪੂਰਾ ਨਹੀਂ ਹੋ ਗਿਆ, ਅਧੂਰਾ ਰਹਿ ਗਿਆ, ਤਾਂ ਤੁਹਾਡੇ ਕੋਲ ਦਿੱਲੀ ਦੀ ਅਸੈਂਬਲੀ ਵੀ ਹੈਗੀ ਹੈ, ਤੁਸੀਂ ਦਿੱਲੀ ਦੀ ਅਸੈਂਬਲੀ ਦੇ ਵਿੱਚੋਂ ਆਪਣੀ ਪਾਰਟੀ ਤੋਂ ਇਹ ਕਾਨੂੰਨ ਪਾਸ ਕਰਵਾ ਦਿਓ। ਯਾਦ ਕਰੋ ਉਦੋਂ ਭਗਵੰਤ ਮਾਨ ਦਾ ਕੀ ਬਿਆਨ ਸੀ। ਭਗਵੰਤ ਮਾਨ ਕਹਿੰਦਾ ਸੀ ਕਿ ਦਿੱਲੀ ਜਿਹੜਾ ਹੈਗਾ ਖੇਤੀਬਾੜੀ ਵਾਲਾ ਰਾਜ ਹੀ ਹੈ ਨਹੀਂਗਾ, ਦਿੱਲੀ ਖੇਤੀਬਾੜੀ ਵਾਲਾ ਰਾਜ ਨਹੀਂ, ਉਹ ਅਗਰੇਰੀਅਨ ਸਟੇਟ ਨਹੀਂ ਹੈ, ਇਸ ਕਰਕੇ ਉੱਥੇ ਕਾਨੂੰਨ ਕਿਉਂ ਬਣਾਏ ਜਾਣ। ਪਰ ਟੀਵੀ ਚੈਨਲਾਂ ਦੇ ਉੱਤੇ ਰੋਜ਼ ਤੁਸੀਂ ਐਡ ਦੇਖ ਲਿਆ ਕਰੋ, ਦਿੱਲੀ ਸਰਕਾਰ ਦੀ ਆਉਂਦੀ ਹੈ। ਉਹ ਕਹਿੰਦੇ ਜੀ ਪਰਾਲੀ ਦਾ ਖਾਤਮਾ ਕਰਨ ਵਾਸਤੇ ਪਰਾਲੀ ਨੂੰ ਅੱਗ ਨਾ ਲਾਉਣੀ ਪਵੇ, ਖੇਤ ਦੇ ਵਿੱਚ ਹੀ ਉਹਨੂੰ ਖਾਦ ਵਿੱਚ ਤਬਦੀਲ ਕਰ ਦਿੱਤਾ ਜਾਵੇ। ਸਾਡੇ ਕੋਲ ਇੱਕ ਇਹ ਜਿਹੀ ਅਸੀਂ ਕਹਿੰਦੇ ਕੈਮੀਕਲ ਕੱਢ ਲਿਆ, ਉਹ ਇਜਾਦ ਕਰ ਲਿਆ, ਉਹਦੀ ਸਪਰੇਅ ਹੋਵੇ। ਉੱਥੇ ਇਹ ਗੱਲ ਕਹਿੰਦੇ ਆ ਉਹ, ਪਰ ਜਿਹੜਾ ਕਾਨੂੰਨ ਬਣਾਉਂਦੇ ਨਹੀਂ। ਤੇ ਪਿਛਲੇ ਦਿਨਾਂ 'ਚ ਇਹ ਵੀ ਹੈਗਾ ਜਿਹੜੇ 3 ਕਾਨੂੰਨ ਬਣੇ ਹੋਏ ਸੀ, ਉਹਨਾਂ 3 ਕਾਨੂੰਨਾਂ ਦੇ ਵਿੱਚੋਂ ਇੱਕ ਕਾਨੂੰਨ ਨੂੰ ਤਾਂ ਨੋਟੀਫਾਈ ਵੀ ਕਰਤਾ ਸੀ ਕੇਜਰੀਵਾਲ ਦੀ ਸਰਕਾਰ ਨੇ। ਕੱਲ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੇ ਫਿਰ ਕਹਿੰਦਾ ਜੀ ਇਹਦਾ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ। ਨੋਟੀਫਿਕੇਸ਼ਨ ਤਾਂ ਬੋਲੀ ਜਾਂਦਾ, ਨੋਟੀਫਿਕੇਸ਼ਨ ਨੋਟੀਫਿਕੇਸ਼ਨ ਦੀਆਂ ਤਾਂ ਜਿਹੜੀਆਂ ਤਸਵੀਰਾਂ ਛਪ ਗਈਆਂ ਅਖਬਾਰਾਂ ਦੇ ਵਿੱਚ, ਉਹਨੂੰ ਤੁਸੀਂ ਕਿਵੇਂ ਮੁਨਕਰ ਹੋਵੋਗੇ। ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹੁੰਦੇ ਆ, ਗਿਰਗਿਟ ਵਾਂਗੂ ਰੰਗ ਬਦਲ ਰਹੇ ਹੈ। ਸਿਆਸਤਦਾਨਾਂ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੀ ਕਾਗ ਉੱਠੀ ਆ ਕਿਸਾਨਾਂ ਦੀ, ਜਿਹੜਾ ਕਿਸਾਨਾਂ ਦਾ ਜਿਹੜਾ ਹੜ੍ਹ ਆਇਆ ਵਾ, ਉਸ ਹੜ੍ਹ ਦਾ ਉਹਨਾਂ ਨੂੰ ਪਤਾ ਹੈ ਕਿ ਜੇ ਇੱਥੇ ਹੁਣ ਅਸੀਂ ਮਤਲਬ ਆਪਣੀਆਂ ਗਲਤੀਆਂ ਦਰੁਸਤ ਨਾ ਕੀਤੀਆਂ ਤਾਂ ਵਾਈ ਵਾਲੀ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਆਉਣੀ ਉਹਦੇ ਵਿੱਚ ਸਭ ਹੁੰਝੇ ਜਾਣਗੇ, ਸਭ ਰੁੜ ਜਾਣਗੇ। ਤੁਸੀਂ ਪਾਣੀ ਦੇ ਵਿੱਚ ਤੈਰ ਸਕਦੇ ਹੋ, ਲੇਕਿਨ ਹੜ੍ਹ ਦਾ ਜਿਹੜਾ ਹੜ੍ਹ ਦੇ ਵਿੱਚ ਵੀ ਤੁਸੀਂ ਮਤਲਬ ਉਲਟ ਦਿਸ਼ਾ ਜਾ ਸਕਦੇ ਹੋ, ਉੱਥੇ ਤਾਂ ਖਤਮ ਹੀ ਹੋਣਾ ਹੁੰਦਾ ਬੰਦੇ ਨੇ। ਇਹ ਡਰ ਸਤਾਉਂਦਾ, ਇਸ ਕਰਕੇ ਮਤਲਬ ਜਿਹੜੇ ਥੋੜੇ ਜਿਹੇ ਜਿਹੜੇ ਸਹੀ ਰਸਤੇ ਤੇ ਆਉਣ ਦਾ ਯਤਨ ਕਰ ਰਹੇ ਹੈ ਜੀ। ਬਿਲਕੁਲ ਢਿੱਲੋਂ ਸਾਹਿਬ, ਸਰਕਾਰ ਤੇ ਦਬਾਅ ਤੇ ਬਹੁਤ ਜ਼ਿਆਦਾ ਪਿਆ ਹੋਇਆ, ਕਿਉਂਕਿ UNO ਦੇ ਵਿੱਚੋਂ ਆਵਾਜ਼ਾਂ ਉੱਠ ਪਈਆਂ ਜੀ, ਕੈਨੇਡਾ ਤੋਂ ਵੀ, ਅਮਰੀਕਾ ਤੋਂ ਵੀ। ਜੋ ਬਾਈਡਨ ਨੇ ਵੀ ਕਹਿ ਦਿੱਤਾ, ਪੂਰੀ ਦੁਨੀਆ ਦੇ ਵਿੱਚੋਂ ਜਿਹੜੀਆਂ ਰੈਲੀਆਂ ਹੋ ਰਹੀਆਂ, ਟੋਰਾਂਟੋ ਦੇ ਵਿੱਚ ਹੋਈ, ਕੱਲ ਮੌਂਟਰੀਅਲ ਦੇ ਵਿੱਚ ਬੜੀ ਵੱਡੀ ਰੈਲੀ ਹੋਈ ਹੈ, ਇਹਦਾ ਵੀ ਦਬਾਅ ਹੈਗਾ ਸਰਕਾਰ ਤੇ ਨਾਲ ਹੀ ਕਹਿੰਦੇ ਫੌਜ ਵੱਲੋਂ ਵੀ ਜਿਹੜੀ BSF ਆ, CRP ਵੱਲੋਂ ਵੀ ਅੰਦਰੋਂ ਆਵਾਜ਼ਾਂ ਉੱਠ ਰਹੀਆਂ ਵੀ ਸਾਨੂੰ ਕਹਿਣਗੇ ਨਾ ਤੇ ਕਿਸਾਨਾਂ ਤੇ ਸਖਤੀ ਕਰਨ ਨੂੰ ਸਾਡੇ ਕੋਲ ਹੋਣੀ ਨਹੀਂ, ਸ਼ਾਇਦ ਸਾਨੂੰ ਬਾਰਡਰ ਛੱਡ ਕੇ ਜਿਹੜਾ ਵਾਪਸ ਆਉਣਾ ਪੈ ਜਾਵੇ ਪਾਕਿਸਤਾਨ ਦਾ ਤੇ ਚਾਈਨਾ ਦਾ। ਉਹਦਾ ਵੀ ਸਰਕਾਰ ਤੇ ਕਾਫੀ ਜ਼ਿਆਦਾ ਦਬਾਅ ਜੀ। ਬਿਲਕੁਲ ਜੀ ਦਬਾਅ ਤਾਂ ਹੈ। ਇਹ ਤਾਂ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਮਤਲਬ ਫੌਜਾਂ ਨੇ ਕੋਈ ਇਹੋ ਜਿਹੀ ਗੱਲ ਕਹੀ ਸੀ ਜਾਂ ਪੈਰਾਮਿਲਟਰੀ ਫੋਰਸਿਸ ਨੇ ਕਹਿ ਦਿੱਤੀ, ਪਰ ਜੇ ਅਮਲੀ ਤੌਰ ਤੇ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਮਲੀ ਤੌਰ ਤੇ ਜੋ ਕੁਝ ਹੋਇਆ ਵਾ, ਉਦੋਂ ਆਪਾਂ ਕਹਿ ਸਕਦੇ ਹਾਂ ਕਿ ਹਰਿਆਣੇ ਦੇ ਵਿੱਚੋਂ ਕ੍ਰਾਸ ਕਰਕੇ ਜੇ ਕਿਸਾਨ ਦਿੱਲੀ ਤੱਕ ਪਹੁੰਚੇ ਤਾਂ ਇਹਦੇ ਵਿੱਚ ਜਿਹੜਾ ਹੈਗਾ ਸਾਡੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਹੈ, ਸਿਕਿਉਰਿਟੀ ਫੋਰਸਿਸ ਦਾ ਵੀ ਕਿਸਾਨਾਂ ਪ੍ਰਤੀ ਜਿਹੜਾ ਹਾਂ ਪੱਖੀ ਰਵੱਈਆ ਸੀ, ਉਹਦਾ ਨਤੀਜਾ ਹੀ ਹੈ। ਪ੍ਰੈਸ਼ਰ ਥੱਲੇ ਹੈ ਸਰਕਾਰ, ਕੋਈ ਸ਼ੱਕ ਨਹੀਂ ਜੀ, ਬਹੁਤ ਵੱਡਾ ਪ੍ਰੈਸ਼ਰ ਹੈ, ਬਹੁਤ ਦਬਾਅ ਥੱਲੇ ਚੱਲਦੀ ਹੈ ਸਰਕਾਰ ਜੀ। ਜੀ ਧੰਨਵਾਦ ਜੀ ਢਿੱਲੋਂ ਸਾਹਿਬ, ਇੰਨੀ ਭਰਪੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਕੱਲ ਨੂੰ ਆਪਾਂ ਫਿਰ ਜੁੜਦੇ ਹਾਂ ਦੁਬਾਰਾ। ਸ਼ੁਕਰੀਆ ਜੀ, ਮਿਹਰਬਾਨੀ। ਤਾਂ ਜੀ ਦੋਸਤੋ, ਆਪਾਂ ਕੱਲ ਨੂੰ ਸਵੇਰੇ 9 ਵਜੇ 9 ਤੋਂ 11 ਵਜੇ ਤੱਕ PTN 24 ਤੇ ਨਾਲ ਰੇਡੀਓ 1690 AM ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ।